ਪੰਜਾਬ ਦੇ ਮੁੱਖ ਮੰਤਰੀ ਖਫਾ ਨੇ, ਆਪਣੇ ਅਧਿਕਾਰੀਆਂ ਨਾਲ ਨਾਰਾਜ਼ ਚੱਲ ਰਹੇ ਨੇ। ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਹਲਚਲ ਹੈ, ਮੀਟਿੰਗਾਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਅਜੇ ਵੀ ਉਹੀ ਮਾਮਲਾ ਲਗਾਤਾਰ ਚਰਚਾ ਦੇ ਵਿੱਚ ਆ ਔਰ ਜਿਹੜੇ ਅਧਿਕਾਰੀ ਸਸਪੈਂਡ ਕੀਤੇ ਗਏ ਆ ਕਿ ਉਹਨਾਂ ਦਾ ਮਾਮਲਾ 15 ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਜਾਊਗਾ ਜਾਂ ਮੁੱਖ ਮੰਤਰੀ ਦੀ ਨਾਰਾਜ਼ਗੀ ਜਾਂ ਹਰਖ ਮੱਠਾ ਪੈਣ ਤੱਕ ਇੰਤਜ਼ਾਰ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਇਸ ਮਾਮਲੇ ਨੂੰ ਰੋਕ ਲਿਆ ਜਾਏਗਾ ਇੱਥੇ ਹੀ। ਇਹ ਸਵਾਲ ਅੱਜ ਕੱਲ ਸਕੱਤਰੇਤ 'ਚ ਘੁੰਮ ਰਿਹਾ। ਤੇ ਦੂਜਾ ਸਵਾਲ ਬਹੁਤ ਅਹਿਮ ਆ, ਜਿਹੜਾ ਕੱਲ ਕਾਂਗਰਸੀਆਂ ਦੀ ਮੀਟਿੰਗ ਸੀ, ਮਿਲਣੀ ਕਹਿ ਗੱਚ ਸੀਗੀ, ਰੌਲੇ ਰੱਪੇ ਤਾਂ ਪਏ ਹੀ ਆ। ਕੁਝ ਕਾਂਗਰਸੀਆਂ ਨੇ ਅਸਤੀਫੇ ਦੀ ਪੇਸ਼ਕਸ਼ ਕਰਤੀ ਵੀ ਜੇ ਤੁਸੀਂ ਕਤਲ ਹੀ ਕਰਾਉਣਾ ਸਿਆਸੀ ਤਾਂ ਫਿਰ ਸਾਡੇ ਅਸਤੀਫੇ ਲੈ ਲਓ, ਅਸੀਂ ਕੋਈ ਹੋਰ ਘਰ ਲੱਭ ਲੈਨੇ ਆ। ਤੇ ਇਹ ਸਵਾਲ ਬੜਾ ਵੱਡਾ ਹੋ ਗਿਆ, ਕਿੰਨਾ ਕਾਂਗਰਸੀਆਂ ਨੇ ਅਸਤੀਫਿਆਂ ਦੀ ਪੇਸ਼ਕਸ਼ ਕੀਤੀ ਆ ਕਿ ਸਿਆਸੀ ਜ਼ਮੀਨ ਖਿਸਕਾ ਕੇ ਕਿਹੜੀ ਪਿੱਚ ਤੇ ਖੇਡਣਾ ਜੇ। ਸੋ ਇਹਨਾਂ ਦੋ ਮਾਮਲਿਆਂ ਨੂੰ ਤਾਂ ਪੁਖਤਗੀ ਨਾਲ ਲਵਾਂਗੇ। ਮਾਮਲੇ 5-6 ਹੋਰ ਨੇ ਔਰ ਉਹਨਾਂ ਚੋਂ ਸਿਆਸੀ ਗੈਰ ਸਿਆਸੀ ਅਕਾਲੀਆਂ ਨਾਲ ਬੀਜੇਪੀ ਵਾਲੇ ਕਿਉਂ ਨਹੀਂ ਜਾਣਾ ਚਾਹੁੰਦੇ, ਉਹਨਾਂ ਦੇ ਵੱਡੇ ਲੀਡਰ ਆਖਰ ਢੀਂਡਸੇ ਵੱਲ ਜਾਣ ਦਾ ਇਸ਼ਾਰਾ ਕਿਉਂ ਦੇ ਰਹੇ ਨੇ, ਪੁਰੀ ਸਾਹਿਬ ਇਲੈਕਸ਼ਨ ਕਿਉਂ ਨਹੀਂ ਅੰਮ੍ਰਿਤਸਰੋਂ ਲੜਨਾ ਚਾਹੁੰਦੇ, ਇਹ ਸਿਆਸੀ ਖਬਰਾਂ ਨੇ। ਵੈਸੇ ਭਾਰਤ ਔਰ ਇੰਡੀਆ ਦੀ ਇਬਾਰਤ ਇਸ ਵਿਧਾਨ ਦੇ ਤਹਿਤ ਕਿਵੇਂ ਅੱਗੇ ਵੱਧਦੀ ਹੈ, ਹੋਰ ਕੁਝ ਖਬਰਾਂ। ਚੀਫ ਸੈਕਟਰੀ ਸਾਹਿਬ ਨੇ ਐਲਕੋਮੀਟਰ ਆਰਡਰ ਕਰਤੇ ਨੇ, ਭਾਸਕਰ ਸਾਹਿਬ ਨੇ ਦਾਰੂ ਕੀ ਛੱਡੀ, ਕਹਿੰਦੇ ਸਾਰੇ ਚੈੱਕ ਕਰਾ ਲਓ। ਖੈਰ ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ ਮੇਰੀ ਸਾਂਝ ਪਵਾਓ ਜ਼ਰਾ ਮੁੱਖ ਮੰਤਰੀ ਦਫ਼ਤਰ ਦੀ ਵਰਕਿੰਗ ਨਾਲ। ਇੱਕ ਖਬਰ ਆ ਰਹੀ ਆ ਕਿ ਮੁੱਖ ਮੰਤਰੀ ਨੇ ਆਪਣੇ ਇੱਕ ਹੋਰ ਅਧਿਕਾਰੀ ਤੋਂ ਕੰਮ ਵਾਪਸ ਲਿਆ। ਇਹਦੀ ਕੋਈ ਪੁਸ਼ਟੀ ਨਹੀਂ ਕਰ ਰਿਹਾ ਔਰ ਮੁੱਢਲੇ ਦੌਰ ਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ ਐਸੀ ਖਬਰ ਕੋਈ ਠੀਕ ਨਹੀਂ ਹੈ। ਤੁਸੀਂ ਉਹਨਾਂ ਘੇਰਿਆਂ 'ਚ ਘੁੰਮਦੇ ਹੋ, ਦੱਸਿਓ ਜ਼ਰਾ ਕਿ ਕੀ ਕੁਮਾਰ ਅਮਿਤ ਤੋਂ ਕੋਈ ਕੰਮ ਵਾਪਸ ਲਿਆ ਗਿਆ ਪੰਚਾਇਤ ਵਿਭਾਗ ਦਾ। ਦੂਜੇ ਬੰਨੇ ਉਹ ਜਿਹੜੇ ਅਧਿਕਾਰੀ ਸਸਪੈਂਡ ਕੀਤੇ ਗਏ ਆ, ਕੀ ਉਹਨਾਂ ਨੂੰ ਰੀਇਨਸਟੇਟ ਕਰਨ ਦੀ ਕੋਈ ਲੌਬਿੰਗ ਹੋ ਰਹੀ ਹੈ, ਕੋਈ ਦਬਾਅ ਪੈ ਰਿਹਾ? ਅਦਰਵਾਈਜ਼ ਵੀ ਇਹ ਆਮ ਖਿਆਲ ਪਾਇਆ ਜਾ ਰਿਹਾ ਕਿ ਭਾਰਤ ਸਰਕਾਰ ਨੇ ਕਿਸੇ ਐਸੀ ਪ੍ਰਪੋਜ਼ਲ ਜਾਂ ਕਿਸੇ ਐਸੇ ਦਸਤਾਵੇਜ਼ ਜਿਹੜੇ ਭੇਜ ਵੀ ਦੇਣਗੇ 15 ਦਿਨਾਂ ਦੇ ਵਿੱਚ, ਉਹਦੇ ਉੱਤੇ ਬਹੁਤਾ ਹੰਗਾਰਾ ਭਰਨਾ ਨਹੀਂ। ਦਲੀਲ ਦੇ ਪੱਧਰ ਦੇ ਉੱਤੇ ਇਸ ਗੱਲ ਨੂੰ ਸ਼ਾਇਦ ਮੰਨਿਆ ਜਾਵੇ, ਪਰ ਸਿਆਸੀ ਪੱਧਰ ਤੇ ਐਸੀਆਂ ਚੀਜ਼ਾਂ ਦੇ ਉੱਤੇ ਫੈਸਲੇ ਨਹੀਂ ਲਾਈ ਜਾਂਦੇ। ਮੁੱਖ ਮੰਤਰੀ ਖਫਾ ਨੇ, ਉਹਨਾਂ ਦਾ ਹਰਖ ਅਜੇ ਮੱਠਾ ਨਹੀਂ ਹੋਇਆ। ਤੁਹਾਨੂੰ ਲੱਗਦਾ ਹੈ ਇਹ ਦੋਵੇਂ ਮਾਮਲੇ ਕਿ ਅਜੇ ਵੀ ਇਹਦੇ ਉੱਤੇ ਲਗਾਤਾਰ ਪਰੇਸ਼ਾਨੀ ਚੱਲ ਰਹੀ ਮੁੱਖ ਮੰਤਰੀ ਦਫ਼ਤਰ 'ਚ? ਰੰਧਾਵਾ ਸਾਹਿਬ ਦੇਖੋ, ਜਿਸ ਤਰ੍ਹਾਂ ਪੰਚਾਇਤਾਂ ਨੂੰ ਭੰਗ ਕਰਨ ਵਾਲੇ ਮਾਮਲੇ ਦੇ ਵਿੱਚ ਸਰਕਾਰ ਦੀ ਕਿਰਕਰੀ ਹੋਈ ਹੈ, ਉਸ ਤੋਂ ਮੁੱਖ ਮੰਤਰੀ ਨਾਰਾਜ਼ ਤਾਂ ਬਹੁਤ ਨੇ, ਖਾਸ ਤੌਰ ਤੇ ਅਫਸਰਸ਼ਾਹੀ ਤੋਂ। ਉਹਨਾਂ ਨੂੰ ਇਹ ਲੱਗ ਰਿਹਾ ਕਿ ਜਦੋਂ ਮੈਂ ਇਸ ਗੱਲ ਦੀ ਡਿਮਾਂਡ ਹੀ ਨਹੀਂ ਸੀ ਕੀਤੀ ਕਿ ਵੀ ਇਹ ਭੰਗ ਕਰਤੀਆਂ ਜਾਣ ਜਿਹੜੀਆਂ ਪੰਚਾਇਤਾਂ ਹੈਗੀਆਂ ਨੇ, ਤਾਂ ਫਿਰ ਮੇਰੇ ਤੋਂ ਇਹ ਗੁੰਮਰਾਹ ਕਰਕੇ ਕਿ ਜੀ ਪਹਿਲਾਂ ਵੀ ਇਸ ਤਰ੍ਹਾਂ ਹੁੰਦੀਆਂ ਰਹੀਆਂ ਨੇ, 1-2 ਮਹੀਨੇ ਪਹਿਲਾਂ ਵੀ ਭੰਗ ਕਰ ਸਕਦੇ, ਆਪਾਂ ਇਸ ਧਾਰਾ ਦੇ ਅਧੀਨ ਭੰਗ ਕਰ ਸਕਦੇ ਹਾਂ, ਤਾਂ ਭੰਗ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਤਾਂ ਮੁੱਖ ਮੰਤਰੀ ਨੇ ਵੀ ਇਹ ਕਿਹਾ ਸੀ ਵੀ ਦੇਖ ਲਓ, ਜੇ ਕਾਨੂੰਨੀ ਤੌਰ ਤੇ ਹੋ ਸਕਦਾ ਤਾਂ ਕਰ ਲਓ। ਮਤਲਬ ਸਰਕਾਰ ਦੀ ਕੋਈ ਉਹ ਮਨਸ਼ਾ ਨਹੀਂ ਹੈਗੀ ਕਿ ਅਸੀਂ ਇਹਨੂੰ ਭੰਗ ਕਰਨਾ ਹੀ ਹੈ। ਸੋ ਉਸ 'ਚ ਜਿਹੜੀ ਮਤਲਬ ਕਿਰਕਰੀ ਹੋ ਰਹੀ ਹੈ ਜਾਂ ਜਿੰਨਾ ਮੁੱਖ ਮੰਤਰੀ ਨੂੰ ਘੇਰਿਆ ਜਾ ਰਿਹਾ ਆਪੋਜੀਸ਼ਨ ਪਾਰਟੀਆਂ ਵੱਲੋਂ, ਉਸ ਤੋਂ ਮੁੱਖ ਮੰਤਰੀ ਨਾਰਾਜ਼ ਤਾਂ ਬਹੁਤ ਨੇ। ਔਰ ਇਸੇ ਕਰਕੇ ਉਹਨਾਂ ਨੇ ਪਹਿਲੀ ਸੱਟੇ ਜਿਹੜਾ ਫੈਸਲਾ ਲਿੱਤਾ ਸੀ, ਦੋਨੋਂ ਜਿਹੜੇ ਡਿਪਾਰਟਮੈਂਟ ਦੇ ਸੈਕਟਰੀ ਔਰ ਡਾਇਰੈਕਟਰ, ਉਹਨਾਂ ਨੂੰ ਸਸਪੈਂਡ ਕਰਤਾ। ਇਸ ਦੇ ਉੱਤੇ ਵੀ ਬਹੁਤ ਜ਼ਿਆਦਾ ਅਫਸਰਸ਼ਾਹੀ ਵੱਲੋਂ ਦਬਾਅ ਸੀ ਮੁੱਖ ਮੰਤਰੀ ਦੇ ਉੱਤੇ ਕਿ ਇੰਨਾ ਵੱਡਾ ਫੈਸਲਾ ਨਹੀਂ ਲੈਣਾ ਚਾਹੀਦਾ, ਪਰ ਮੁੱਖ ਮੰਤਰੀ ਆਪਣੀ ਗੱਲ ਤੇ ਅੜੇ ਰਹੇ ਕਿ ਇਹਨਾਂ ਨੇ ਮੇਰੀ ਬਹੁਤ ਬੇਇੱਜ਼ਤੀ ਕਰਾਈ ਹੈ। ਦੂਸਰੀ ਗੱਲ, ਫਿਰ ਜਿਹੜੀ ਉਸ ਤੋਂ ਅਗਲੇ ਦਿਨ ਜਿਹੜੀ ਨੋਟਿੰਗ ਜਾਰੀ ਹੋਈ, ਉਸ ਤੋਂ ਹੋਰ ਜ਼ਿਆਦਾ ਖਫਾ ਹੋਏ ਕਿ ਦੇਖੋ ਮਤਲਬ ਉਹ ਤਾਂ ਹੋਇਆ ਹੀ, ਹੁਣ ਇਹ ਨੋਟਿੰਗਾਂ ਵੀ ਮਤਲਬ ਲੀਕ ਹੋ ਰਹੀਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਤੋਂ ਤਾਂ ਨਾਰਾਜ਼ ਹੈ ਹੀ ਸੀ। ਹੁਣ ਇੱਕ ਚੱਲ ਰਹੀ ਸੀ ਗੱਲ ਕਿ ਕੁਮਾਰ ਅਮਿਤ ਜਿਹੜੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਨੇ, ਉਹਨਾਂ ਤੋਂ ਇਹ ਕੰਮ ਵਾਪਸ ਲੈ ਲਿਆ ਗਿਆ ਰੂਰਲ ਡਿਵੈਲਪਮੈਂਟ ਦਾ, ਕਿਉਂਕਿ ਤੁਹਾਨੂੰ ਪਤਾ ਹੋਊਗਾ ਇਹ ਕੰਮ ਪਹਿਲਾਂ ਜਿਹੜਾ ਹੈਗਾ ਇਹ ਵੇਣੂ ਪ੍ਰਸਾਦ ਕੋਲੇ ਸੀ, ਜਿਹੜੇ ਐਡੀਸ਼ਨਲ ਚੀਫ ਸੈਕਟਰੀ ਸੀ ਸੀਐਮ ਦੇ, ਉਹਨਾਂ ਕੋਲੇ ਸੀ। 31 ਜੁਲਾਈ ਨੂੰ ਜਦੋਂ ਉਹ ਰਿਟਾਇਰ ਹੋ ਗਏ, ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਮਹਿਕਮੇ ਨੇ ਉਹ ਬਾਕੀ ਦੇ ਜਿਹੜੇ ਅਫਸਰ ਹੋਰ ਰਵੀ ਭਗਤ ਹੋਣੀ ਹੈ ਜਾਂ ਹਿਮਾਂਸ਼ੂ ਜੈਨ ਨੇ ਜਾਂ ਇਹ ਕੁਮਾਰ ਅਮਿਤ ਨੇ, ਇਹਨਾਂ ਦੇ ਵਿੱਚ ਵੰਡੇ ਗਏ ਸੀ। ਤਾਂ ਉਹਨਾਂ 'ਚ ਇਹ ਵਾਲਾ ਮਹਿਕਮਾ ਜਿਹੜਾ ਹੈਗਾ ਰੂਰਲ ਡਿਵੈਲਪਮੈਂਟ, ਇਹ ਕੁਮਾਰ ਅਮਿਤ ਕੋਲ ਆਇਆ ਸੀਗਾ ਤੇ ਫਾਈਲਾਂ ਵੀ ਉਹਨਾਂ ਨੇ ਕਲੀਅਰ ਕਰਾਈਆਂ ਸੀਗੀਆਂ। ਇਹ ਜਿਹੜੀਆਂ ਹੁਣ ਜਦੋਂ ਕਿਹਾ ਜਾ ਰਿਹਾ, ਇਹ ਮੇਰੀ ਇਨਫੋਰਮੇਸ਼ਨ ਹੈਗੀ ਹੈ ਕਿ ਇਹ ਸਹੀ ਨਹੀਂ ਹੈ, ਉਹਨਾਂ ਤੋਂ ਕੋਈ ਵੀ ਮਹਿਕਮਾ ਵਾਪਸ ਨਹੀਂ ਲੈ ਗਿਆ, ਉਸੇ ਤਰ੍ਹਾਂ ਹੀ ਕੰਮ ਕਰ ਰਹੇ ਹੈ। ਇਹ ਗਲਤ ਖਬਰ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ, ਇਹ ਖਬਰ ਠੀਕ ਨਹੀਂ ਹੈ। ਇੱਕ ਅੰਗਰੇਜ਼ੀ ਦੀ ਵੱਡੀ ਅਖਬਾਰ ਦੇ ਵਿੱਚ ਇਹ ਜ਼ਿਕਰ ਸੀਗਾ ਕਿ ਕੁਮਾਰ ਅਮਿਤ ਤੋਂ ਦਿਹਾਤੀ ਵਿਕਾਸ ਤੇ ਪੰਚਾਇਤ ਮਹਿਕਮੇ ਦਾ ਕੰਮ ਵਾਪਸ ਲਿਆ ਗਿਆ, ਜਿਹੜਾ ਕਿ ਨਹੀਂ ਲਿਆ ਗਿਆ। ਮੁੱਖ ਮੰਤਰੀ ਦਫ਼ਤਰ ਦੇ
ਸਾਡੇ ਸਰੋਤ ਇਹ ਕਲੀਅਰ ਕਰ ਰਹੇ ਆ ਕਿ ਐਸੀ ਕੋਈ ਐਕਟੀਵਿਟੀ ਕੱਲ ਨਹੀਂ ਹੋਈ। ਪਰ ਮੁੱਖ ਮੰਤਰੀ ਨਾਰਾਜ਼ ਜ਼ਰੂਰ ਨੇ। ਮੁੱਖ ਮੰਤਰੀ ਲਗਾਤਾਰ ਅਧਿਕਾਰੀਆਂ ਵੱਲੋਂ ਇਹ ਕਹੇ ਜਾਣਦੇ ਕਿ ਅਸੀਂ ਸਸਪੈਂਡ ਕੀਤੇ ਅਫਸਰਾਂ ਤੇ ਥੋੜਾ ਜਿਹਾ ਨਰਮ ਕੋਸ਼ਾ ਅਪਣਾਈਏ, ਅਜੇ ਕੋਈ ਕੰਨ ਨਹੀਂ ਧਰ ਰਹੇ। ਖੈਰ ਇਹਦੇ ਚ ਇਹ ਹੈਗਾ ਰੂਲ ਰੰਧਾਵਾ ਸਾਹਿਬ ਕਿ ਜਦੋਂ ਵੀ ਤੁਸੀਂ ਕਿਸੇ ਵੀ IAS IPS ਜਾਂ IFS ਜਿਹੜੇ ਫੋਰੈਸਟ ਸਰਵਿਸ ਦੇ ਹੈਗੇ ਨੇ ਉਹਨਾਂ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਤੁਸੀਂ ਲੈਂਦੇ ਹੋ, ਚਾਹੇ ਉਹਨਾਂ ਨੂੰ ਸਸਪੈਂਡ ਕਰਦੇ ਹੋ ਜਾਂ ਉਹਨਾਂ ਨੂੰ ਕੀ ਨਾਮ ਹੈ ਉਹਨਾਂ ਦੇ ਕਰਪਸ਼ਨ ਦੇ ਕੇਸ ਦੀ ਤੁਸੀਂ ਕੋਈ ਇਜਾਜ਼ਤ ਦੇਣੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੀ ਇਜਾਜ਼ਤ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਤੋਂ ਲੈਣੀ ਪੈਂਦੀ ਹੈ। ਉਹਨਾਂ ਨੂੰ ਸੂਚਿਤ ਕਰਨਾ ਪੈਂਦਾ ਹੈ। ਇੱਕ ਵਾਰ ਸਸਪੈਂਡ ਤਾਂ ਤੁਸੀਂ ਕਰਤਾ ਹੈ, ਲੇਕਿਨ ਇਹਦੇ ਬਾਰੇ ਉਹਨਾਂ ਨੂੰ ਸੂਚਿਤ ਕਰਨਾ ਪਊਗਾ ਵੀ ਕਿਸ ਕੇਸ 'ਚ ਤੁਸੀਂ ਸਸਪੈਂਡ ਕੀਤਾ ਹੈ। ਫਿਰ ਉਸ ਕੇਸ ਨਾਲ ਉਹ ਅਗਰ DOPT ਜਿਹੜਾ ਮਹਿਕਮਾ ਹੈਗਾ, ਪਰਸੋਨਲ ਮਹਿਕਮਾ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ, ਅਗਰ ਉਹ ਇਸ ਤੇ ਰਾਜੀ ਹੈ ਤਾਂ ਇਹਦੀ ਇਜਾਜ਼ਤ ਦਿੰਦੇ ਆ। ਅਦਰਵਾਈਜ਼ ਜੇ ਇਜਾਜ਼ਤ ਉੱਥੋਂ ਨਹੀਂ ਆਈ ਤਾਂ 1 ਮਹੀਨੇ ਬਾਅਦ ਆਟੋਮੈਟਿਕਲੀ ਜਿਹੜਾ ਹੈ ਅਫਸਰ ਬਹਾਲ ਹੋ ਜਾਂਦਾ ਹੈ, ਉਹਨੂੰ ਬਹਾਲ ਕਰਨ ਦੀ ਲੋੜ ਵੀ ਨਹੀਂ ਪੈਂਦੀ। ਸੋ ਮੇਰਾ ਖਿਆਲ ਹੈ ਕਿ ਹਜੇ ਜੇ ਮੈਂ ਫੋਰ ਐਗਜ਼ਾਮਪਲ ਦੱਸਾਂ ਕਿ ਆਪਾਂ ਬਹੁਤ ਵਾਰੀ ਇਸੇ ਪ੍ਰੋਗਰਾਮ 'ਚ ਡਿਸਕਸ ਕੀਤਾ ਹੈ, ਜਿਹੜਾ IFS ਅਫਸਰ ਅੰਦਰ ਕੀਤੇ ਸੀ ਸਾਧੂ ਸਿੰਘ ਧਰਮਸੋਤ ਵਾਲੇ ਮਾਮਲੇ ਦੇ ਵਿੱਚ ਆਪਾਂ ਬਹੁਤ ਡਿਸਕਸ ਕੀਤਾ ਕਿ 4 ਅਫਸਰਾਂ ਨੂੰ ਜਿਹੜਾ ਹੈਗਾ ਉਹ ਉਹਨਾਂ ਦਾ ਕੇਸ ਦਰਜ ਕਰਕੇ ਉਹਨਾਂ ਨੂੰ ਅੰਦਰ ਕਰਤਾ ਹੈ, ਪਰ ਕਿਸੇ ਦੀ ਵੀ ਜਿਹੜੀ ਇਜਾਜ਼ਤ ਕੇਸ ਚਲਾਉਣ ਦੀ ਹਜੇ ਤੱਕ ਉਹਨਾਂ ਤੇ ਨਹੀਂ ਆਈ। ਇਸੇ ਉਸ ਦੇ ਚੱਕਰ 'ਚ ਸਾਰੇ ਦੇ ਸਾਰੇ ਉਹ ਬਾਹਰ ਆ ਗਏ ਜੇਲ੍ਹ 'ਚੋਂ, ਤੇ ਹਜੇ ਵੀ ਉਹ ਮਤਲਬ ਬਾਹਰ ਹੀ ਨਹੀਂ, ਮਤਲਬ ਉਹਨਾਂ ਨੂੰ ਕੰਮ ਬੇਸ਼ੱਕ ਨਹੀਂ ਦਿੱਤਾ ਹੋਇਆ ਲੇਕਿਨ ਉਹ ਬਾਹਰ ਨੇ। ਅਜੇ ਤੱਕ ਵਿਜੀਲੈਂਸ ਉਸ ਤੇ ਕੰਮ ਅੱਗੇ ਚਲਾ ਨਹੀਂ ਪਾ ਰਹੀ ਹੈ, ਕੇਸ ਨਹੀਂ ਚਲਾ ਪਾ ਰਹੀ ਹੈ ਕਿਉਂਕਿ ਇਜਾਜ਼ਤ ਉੱਥੋਂ ਆਣੀ ਹੈ। ਸੋ ਇਸ ਤਰ੍ਹਾਂ ਦੇ IAS ਦੇ ਖਿਲਾਫ ਜਿਹੜਾ ਇੱਕ ਵੱਡਾ ਰਾਈਡਰ ਜਿਹੜਾ ਹੈਗਾ, ਇਹ ਮੈਨੂੰ ਲੱਗਦਾ ਕਿ ਉਹਨਾਂ ਦਾ ਸੇਫ ਗਾਰਡ ਵੀ ਹੈਗਾ ਵੀ ਸਰਕਾਰਾਂ ਉਹਨਾਂ ਦੇ ਖਿਲਾਫ ਇੰਨੀ ਜਲਦੀ ਕਾਰਵਾਈ ਨਹੀਂ ਕਰ ਪਾਉਂਦੀਆਂ। ਦੂਜੀ ਗੱਲ 5 ਦਿਨਾਂ ਦੇ ਅੰਦਰ ਅੰਦਰ, ਮਤਲਬ ਆਪਾਂ 1 ਤਰੀਕ ਤੋਂ ਲੈ ਕੇ ਹੁਣ ਕੱਲ 5 ਤਰੀਕ ਸੀ, 5 ਦਿਨਾਂ ਦੇ ਅੰਦਰ ਅੰਦਰ ਦੂਸਰੀ ਵਾਰ ਜਿਹੜਾ ਹੈਗਾ U-ਟਰਨ ਲਿੱਤਾ ਸਰਕਾਰ ਨੇ। ਪਹਿਲਾਂ ਪੰਚਾਇਤਾਂ ਨੂੰ ਭੰਗ ਕਰਨ ਬਾਅਦ ਜਿਹੜੇ ਲਗਾਏ ਸੀ ਐਡਮਿਨਿਸਟ੍ਰੇਟਰ ਲਗਾਏ ਸੀ ਉਹਨਾਂ ਨੂੰ ਹਟਾਤਾ ਗਿਆ, ਪੰਚਾਇਤਾਂ ਬਹਾਲ ਕਰਤੀਆਂ। ਕੱਲ ਇਹਦਾ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਕਰਤਾ ਸੀ। ਇੱਕ ਕੇਸ ਹੋਰ ਸੀ, ਇਸੇ ਨੂੰ ਆਧਾਰ ਬਣਾ ਕੇ ਮੁਕਤਸਰ ਦੇ ਬੰਦੇ ਨੇ ਕੀਤਾ ਸੀਗਾ। ਉਹਨਾਂ ਨੇ ਕਿਹਾ ਵੀ ਇੱਕ ਇਸੇ ਨੋਟੀਫਿਕੇਸ਼ਨ ਦੇ ਨਾਲ ਇੱਕ ਹੋਰ ਨੋਟੀਫਿਕੇਸ਼ਨ ਸਰਕਾਰ ਨੇ ਕੀਤੀ ਹੈ ਜਿਸ ਜ਼ਿਲ੍ਹਾ ਪਰਿਸ਼ਦਾਂ ਦੀ ਜਿਹੜੀ ਇਲੈਕਸ਼ਨ ਉਹ ਹੈਗੇ ਨੇ ਉਹਨੂੰ ਵੀ ਭੰਗ ਕਰਤਾ ਹੈ। ਤਾਂ ਉਹਨੂੰ ਤਾਂ ਹਜੇ 11 ਮਹੀਨੇ ਪਏ ਨੇ, ਹਜੇ ਤੁਸੀਂ ਕਿਉਂ ਭੰਗ ਕਰ ਰਹੇ ਹੋ ਉਹਨਾਂ ਨੂੰ? ਤਾਂ ਇਸੇ ਕੇਸ ਨੂੰ ਆਧਾਰ ਬਣਾ ਕੇ ਉਹਨਾਂ ਨੇ ਕੇਸ ਕੀਤਾ। ਤਾਂ ਉੱਥੇ ਵੀ ਨੈਚੁਰਲੀ ਹੈ ਕਿ ਡਿਪਾਰਟਮੈਂਟ ਨੂੰ ਲੱਗਿਆ ਕਿ ਫੈਸਲਾ ਤਾਂ ਉਸੇ ਤਰ੍ਹਾਂ ਦਾ ਹੀ ਹੋਣਾ ਹੈ। ਸੋ ਕੱਲ ਜਿਹੜਾ ਤੇਜਵੀਰ ਸਿੰਘ ਹੈਗੇ ਜਿਨ੍ਹਾਂ ਕੋਲ ਹੁਣ ਐਡੀਸ਼ਨਲ ਚਾਰਜ ਇਸ ਮਹਿਕਮੇ ਦਾ, ਉਹਨਾਂ ਨੇ ਇੱਕ ਹੋਰ ਨੋਟੀਫਿਕੇਸ਼ਨ ਕਰਕੇ ਇਹ ਵੀ ਜਿਹੜਾ ਨੋਟੀਫਿਕੇਸ਼ਨ ਸੀ ਦੋਨੋਂ, ਯਾਨੀ ਕਿ ਨੋਟੀਫਿਕੇਸ਼ਨ 10 ਅਗਸਤ ਵਾਲਾ ਵੀ ਔਰ ਜ਼ਿਲ੍ਹਾ ਪਰਿਸ਼ਦਾਂ ਵਾਲਾ ਵੀ, ਇਹ ਦੋਨੋਂ ਨੋਟੀਫਿਕੇਸ਼ਨ ਜਿਹੜੇ ਹੈ ਉਹ ਵਾਪਸ ਲੈ ਲਏ ਹੈ। ਹੁਣ ਨਵੇਂ ਸਿਰੇ ਤੋਂ ਪੰਚਾਇਤਾਂ ਦੁਬਾਰਾ ਕੰਮ ਕਰਨਾ ਸ਼ੁਰੂ ਕਰਨਗੀਆਂ। ਜਿੰਨੇ ਐਡਮਿਨਿਸਟ੍ਰੇਟਰ ਲੱਗੇ ਸੀ ਉਹ ਹੁਣ ਨਹੀਂ ਰਹਿਣਗੇ, ਪਲੱਸ ਜ਼ਿਲ੍ਹਾ ਪਰਿਸ਼ਦਾਂ ਵੀ ਉਸੇ ਤਰ੍ਹਾਂ ਹੀ ਕੰਮ ਕਰਨਗੀਆਂ ਜਿਸ ਤਰ੍ਹਾਂ ਪਹਿਲਾਂ ਕਰ ਗਏ। ਐਡਮਿਨਿਸਟ੍ਰੇਟਰ ਰਹਿਣਗੇ ਤੇ ਜ਼ਰੂਰ, ਪਰ ਉਹ ਬਤੌਰ ਐਡਮਿਨਿਸਟ੍ਰੇਟਰ ਨਹੀਂ ਰਹਿਣਗੇ ਪੰਚਾਇਤਾਂ ਦੇ ਜਾਂ ਬਾਕੀ ਥਾਵਾਂ ਦੇ। ਖੈਰ ਮੈਂ ਇਹਦੇ 'ਚ ਤੁਸੀਂ ਸਵਾਲ ਬੜਾ ਰੌਚਕ ਉਠਾਤਾ ਕਿ ਮੁੱਖ ਮੰਤਰੀ ਸਾਹਿਬ ਨੇ ਇਹ ਕਿਹਾ ਕਿ ਮੈਨੂੰ ਮਿਸਲੀਡ ਕੀਤਾ ਗਿਆ, ਮੈਨੂੰ ਗੁੰਮਰਾਹ ਕਰਕੇ। ਵੈਸੇ ਇਹ ਫੈਸਲਾ ਸਿਆਸੀ ਸੀ ਕਿ ਪ੍ਰਸ਼ਾਸਨਿਕ ਸੀ, ਇਹ ਜ਼ਰੂਰ ਕਿਤੇ ਮੁੱਖ ਮੰਤਰੀ ਜਾਂ ਸਰਕਾਰ ਕਲੀਅਰ ਕਰਦੇ। ਚਲੋ ਇਹ ਜ਼ਿੰਮੇਵਾਰੀ ਤਾਂ ਫਿਕਸ ਹੋਣੀ ਬਣਦੀ ਹੈ ਕਿ ਜਿਹੜੇ ਅਫਸਰ ਹੈ ਉਹਨਾਂ ਨੇ ਕਾਨੂੰਨੀ ਨੁਕਤੇ ਦੇਖਣੇ ਹੁੰਦੇ ਆ, ਉਹਨਾਂ ਨੇ ਕਾਨੂੰਨੀ ਰਾਏ ਲੈਣੀ ਹੁੰਦੀ ਆ, ਔਰ ਇਹਦੇ ਵਿੱਚ ਉਹਨਾਂ ਨੇ ਗਲਤੀ ਕੀਤੀ, ਉਹਨਾਂ ਨੂੰ ਸਜ਼ਾ ਮਿਲੀ। ਪਰ ਕੀ ਕੋਈ ਹੁਣ ਸਿੰਪਲ ਐਕਸਪਲੇਨੇਸ਼ਨ ਲੈ ਕੇ ਹੀ ਉਹਨਾਂ ਦੀ ਸਸਪੈਂਸ਼ਨ ਖਤਮ ਕਰਤੀ ਜਾਊਗੀ, ਰੀਇਨਸਟੇਟ ਕਰਤੇ ਜਾਣਗੇ? ਇਹ ਸਵਾਲ ਅੱਜ ਕੱਲ੍ਹ ਉੱਠਣ ਲੱਗ ਪਿਆ। ਪ੍ਰਤਾਪ ਸਿੰਘ ਬਾਜਵਾ ਨੇ ਕੱਲ ਕਿਹਾ ਸੀਗਾ ਇੱਕ ਸਟੇਟਮੈਂਟ ਦੇ ਵਿੱਚ ਬਿਆਨ ਦੇ ਕੇ, ਮੁੱਖ ਮੰਤਰੀ ਦਫ਼ਤਰ ਨੂੰ ਸ਼ਾਇਦ ਚਿੱਠੀ ਲਿਖੀ ਆ ਕਿ ਇਹਨਾਂ ਨੂੰ ਬਹਾਲ ਕਰ ਦਿਓ, ਫੈਸਲਾ ਤੇ ਸਿਆਸੀ ਸੀ। ਤੇ ਦਫ਼ਤਰੀ ਪੱਧਰ ਦੇ ਉੱਤੇ ਜਿਹੜੇ IAS ਲੌਬੀ ਆ ਉਹਦੇ ਵਿੱਚ ਵੀ ਇਸ ਤਰ੍ਹਾਂ ਦੀ ਲੌਬਿੰਗ ਹੋ ਰਹੀ ਆ ਕਿ ਸਿਆਸਤ ਨੂੰ ਮਨਾਇਆ ਜਾਵੇ, ਮਤਲਬ ਸਰਕਾਰ ਨੂੰ ਮਨਾਇਆ ਜਾਵੇ ਕਿ ਇੰਨੇ ਸਖਤ ਸਟੈਪ ਨਾ ਲਓ, ਅਫਸਰਾਂ ਦੇ ਮਨੋਬਲ ਤੇ ਅਸਰ ਪੈਂਦਾ। ਸ਼ਾਇਦ ਚੀਫ ਸੈਕਟਰੀ ਇਹਦੇ ਵਿੱਚ ਉਹ ਮੁਦਾਖਲਤ ਕਰ ਰਹੇ ਨੇ ਕਿ ਆਪਾਂ ਇਹਦਾ ਕੋਈ ਰਸਤਾ ਕੱਢ ਲਈਏ। ਹੁਣ ਸਵਾਲ ਇਸ ਗੱਲ ਤੇ ਖੜਾ ਹੈ ਕਿ ਭਾਸਕਰ ਸਾਹਿਬ, ਪੰਚਾਇਤਾਂ ਦੇ ਰੌਲੇ ਕਿਉਂ? ਮਤਲਬ ਹੁਣ ਜੇ ਆਪਾਂ ਉਹ ਗਿੱਦੜਬਾਏ ਮੁਕਤਸਰ ਸਾਈਡ ਤੇ ਚੱਲਦੇ ਆ ਤਾਂ ਜਿਹੜੀ ਕੱਲ ਮਨਰੇਗਾ ਵਾਲੀ ਖਬਰ ਬੜੀ ਪੁਖਤਗੀ ਨਾਲ ਵੱਡੀ ਹੋ ਗਈ ਸੀ। ਮੈਂ ਤਾਂ ਕੱਲ ਵੀ ਕਿਹਾ ਸੀਗਾ ਵੀ ਇਹਦੇ ਜਮਾ ਘਟਾਓ ਵੇਖ ਲਓ, ਕਿਉਂਕਿ BDPOs ਤੇ ਉਹ ਦਫ਼ਤਰਾਂ ਦੇ ਅਧਿਕਾਰੀ ਸਾਲਾਂ ਤੋਂ ਇਹਨਾਂ ਝਮੇਲਿਆਂ 'ਚ ਆ
ਕਈ ਆਡਿਟ ਹੁੰਦੇ ਆ, ਕਈ ਪੋਲੀਟੀਕਲ ਇਨਕੁਆਇਰੀਆਂ ਹੁੰਦੀਆਂ। ਸੋ ਐਡੀ ਕੋਈ ਗਲਤੀ ਨਹੀਂ ਕਰ ਸਕਦਾ ਵੀ 3500 ਦੀ ਬੋਰੀ ਤੇ ਬਾਕੀ ਸਾਰੀਆਂ ਕੋਈ ਟੈਕਨੀਕਲ ਪੰਗਾ ਹੈ। ਹੁਣ ਉਹਨਾਂ ਨੇ ਸਾਫ਼ ਕਰਤਾ ਵੀ ਅਸੀਂ ਤਾਂ ਇੱਥੇ ਕੁਝ ਵੀ ਗਲਤ ਹੈ ਨਹੀਂ। ਹੁਣ ਇਸ ਪੱਖ ਨੂੰ ਵੀ ਰੱਖੋ ਜ਼ਰਾ, ਬਣਦਾ ਤਾਂ ਹੈ ਹੀ ਹੈ। ਕੱਲ ਮੈਂ ਸ਼ੱਕ ਜ਼ਾਹਰ ਤੁਹਾਡੇ ਕੋਲ ਕੀਤਾ ਸੀ, ਤੁਸੀਂ ਕਿਹਾ ਸੀ ਜੀ ਤੁਸੀਂ ਸ਼ੱਕ ਦੀ ਗੁੰਜਾਇਸ਼ ਨਾ ਰੱਖੋ, ਸਭ ਕੁਝ ਹੋਇਆ ਪਰਦੇ ਤੇ ਹੋਇਆ, ਪਰ ਦੇਖੋ ਜ਼ਰਾ ਝਾਕ ਕੇ ਕੀ ਹੋਇਆ ਉੱਥੇ। ਬਿਲਕੁਲ, ਪਹਿਲੇ ਇਸ ਤੋਂ ਪਹਿਲੇ ਮੈਂ ਪੰਚਾਇਤ ਦੀ ਗੱਲ ਕਰਾਂਗਾ। ਪੰਚਾਇਤ ਇਲੈਕਸ਼ਨਾਂ ਦੇ ਵਿੱਚ ਜਦੋਂ ਤੋਂ ਇਹ ਨੋਟੀਫਿਕੇਸ਼ਨ ਕੋਰਟ ਦੇ ਵਿੱਚ ਪੰਚਾਇਤ ਜਾਂ ਸਰਪੰਚਾਂ ਵੱਲੋਂ ਚੈਲੰਜ ਹੋਇਆ, ਕੋਰਟ ਦੇ ਵਿੱਚ ਲਗਾਤਾਰ ਗਲਤੀ ਤੋਂ ਗਲਤੀ ਹੁੰਦੀ ਗਈ। ਪਹਿਲੀ ਹੀਅਰਿੰਗ ਦੇ ਵਿੱਚ ਹਾਈ ਕੋਰਟ ਨੇ ਪੁੱਛਿਆ ਸੀ ਕਿ ਵੀ ਇਹ ਫੈਸਲਾ ਤੁਸੀਂ ਕਿਉਂ ਕੀਤਾ ਹੈ। ਉਹ ਕਹਿੰਦੇ ਜੀ ਜਨਹਿਤ में ਕੀਤਾ ਹੈ, ਤੇ ਅਦਾਲਤ ਨੇ ਕਿਹਾ ਸੀ ਇਸ ਵਿੱਚ ਜਨਹਿਤ ਕਿਆ ਹੈ। ਉਹਦਾ ਜਵਾਬ ਦਿੰਦੇ ਹੋਏ ਇਹਨਾਂ ਨੇ ਕਿਹਾ ਜੀ ਸਾਨੂੰ ਇਹ ਅੰਦੇਸ਼ਾ ਹੈਗਾ ਕਿ 1000 ਕਰੋੜ ਪੰਚਾਇਤਾਂ ਦਾ ਫੰਡ ਹੈਗਾ, ਇਹਦੀ ਦੁਰਵਰਤੋਂ ਕਰਨਗੇ, ਇਸ ਕਰਕੇ ਇਹ ਕੀਤਾ। ਉਹ ਜਿਹੜੀ ਗੱਲਾਂ ਤੋਂ ਗੱਲਾਂ, ਯਾਨੀ ਸਭ ਤੋਂ ਵੱਡੀ ਗਲਤੀ ਤੇ ਏਜੀ ਆਫਿਸ ਦੀ ਹੈ। ਉਸ ਕੇਸ ਨੂੰ ਸਿਰੇ ਤੋਂ ਕੋਈ ਬਹਿਸ ਦੇ ਵਿੱਚ ਇੱਕ ਵੀ ਪਾਸੇ, ਜਿੱਦਾਂ ਕਹਿੰਦੇ ਨੇ ਵੀ ਤੁਸੀਂ ਨਹਿਲਾ ਸੁੱਟਿਆ ਤੇ ਆਪਾਂ ਦਹਿਲਾ ਸੁੱਟਿਆ, ਉਹ ਨਹਿਲੇ ਤੋਂ ਸਤੀਆਂ ਪੰਜੀਆਂ ਤੇ ਸੁੱਟਦੇ ਰਹੇ ਪਰ ਦਹਿਲਾ ਕਦੀ ਵੀ ਨਹੀਂ ਸੁੱਟ ਪਾਏ। ਹੋ ਸਕਦਾ ਅਗਲਿਆਂ ਕੋਲ ਦਹਿਲਾ ਹੋਵੇ ਹੀ ਨਾ, ਫੇਰ ਚਲੋ ਹੁਣ ਅੱਗੇ ਚਲੋ। ਦੇਖੋ ਦਹਿਲਾ ਨਹੀਂ ਸੀ ਤਾਂ ਹੀ ਤੇ ਉੱਥੋਂ ਕੇਸ ਖਰਾਬ ਹੋਇਆ। ਜਨਹਿਤ में ਕਿਹਾ ਹੈ, ਇਹਦਾ ਜਵਾਬ ਨਹੀਂ ਦੇ ਪਾਏ। ਅੱਛਾ ਹੁਣ ਗੱਲ ਉਹ ਜਿਹੜੀ ਗਿੱਦੜਬਾਹੇ ਵਾਲੀ ਜਿਹੜੀ 400 ਰੁਪਏ ਦੀ ਇੱਟ ਤੇ 3500 ਰੁਪਏ ਦੀ ਸੀਮੈਂਟ ਦੀ ਬੋਰੀ ਦੀ ਕਰਨ ਦੀ ਗੱਲ ਤੇ ਬਣਦੀ ਹੈ। ਹੁਣ ਇੱਕ ਵਿਅਕਤੀ ਆਰਟੀਆਈ ਐਕਟਿਵਿਸਟ ਨੇ ਇਹ ਲਿੱਤੀ ਇਨਫੋਰਮੇਸ਼ਨ, ਉਹਦੇ ਵਿੱਚ ਬਿੱਲ ਨੰਬਰ ਬਕਾਇਦਾ ਦਿੱਤੇ ਗਏ ਵੀ 112 ਨੰਬਰ ਬਿੱਲ ਦੇ ਹਿਸਾਬ ਨਾਲ ਹੈ, 114 ਨੰਬਰ ਬਿੱਲ ਦੇ ਹਿਸਾਬ ਨਾਲ ਇੱਟਾਂ ਦਾ ਕੀਮਤ ਹੈ ਵੇ, ਤੇ 123 ਨੰਬਰ ਬਿੱਲ। ਤੇ ਹੁਣ ਪੰਚਾਇਤਾਂ ਤੇ ਕਾਂਗਰਸੀ ਲੀਡਰ, ਗਿੱਦੜਬਾਹਾ ਕੌਂਸਟੀਚੁਐਂਸੀ ਜਿੱਥੋਂ ਪ੍ਰਧਾਨ ਕਾਂਗਰਸ ਦੇ ਸੂਬੇ ਦੇ ਰਾਜਾ ਵੜਿੰਗ ਉਹਨਾਂ ਜਿਸ ਕੌਂਸਟੀਚੁਐਂਸੀ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹਦੇ ਚ ਕਾਂਗਰਸੀ ਅੱਗੇ ਆਏ, ਕਹਿੰਦੇ ਜੀ ਇਹ ਸਭ ਕੁਝ ਝੂਠ ਹੈ। ਹੁਣ ਦੱਸੋ ਆਰਟੀਆਈ ਦੇ ਵਿੱਚ ਦਿੱਤੀ ਹੋਈ ਇਨਫੋਰਮੇਸ਼ਨ, ਬਿੱਲਾਂ ਦੀ ਫੋਟੋਕਾਪੀ ਜਿਹਦੇ ਨਾਲ ਨੱਥੀ ਕੀਤੀ ਹੋਈ ਹੈ, ਜਿਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਕਿ ਇੱਟ ਇੰਨੇ ਦੀ 400 ਦੀ, ਉਹ ਕਹਿੰਦੇ ਨੇ ਆ ਜਿਹੜੀ ਇੱਟ, ਕਿਉਂਕਿ ਤੁਸੀਂ ਵੀ ਕੱਲ ਇਹ ਇੱਕ ਐਪਰੀਹੈਂਸ਼ਨ ਸ਼ੋ ਕੀਤਾ ਸੀਗਾ ਕਿ ਇੰਨੇ ਦੀ ਇੱਟ ਕੋਈ ਇੰਨਾ ਮੂਰਖ ਨਹੀਂ ਹੋ ਸਕਦਾ ਕਿ 400 ਦੀ ਇੱਟ ਲਾ ਦੇ। ਹੁਣ ਇਹ ਗੱਲ ਨਿਕਲ ਕੇ ਆਈ ਹੈ ਕਿ ਜਿਹੜੀ ਸੀਮੈਂਟ ਦੀ ਬੋਰੀ ਉਹ ਕਹਿੰਦੇ ਨੇ ਨਾ 3500 ਦੀ, ਉਹ ਕਹਿੰਦੇ ਅਸੀਂ ਤੇ ਇਹ ਸੀਮੈਂਟ ਦਾ ਬੈਂਚ ਲਿਆ ਸੀਗਾ, ਯਾਨੀ ਜਿਹੜੀ ਸੀਟਾਂ ਪਾਰਕਾਂ ਪੁਰਕਾਂ ਦੇ ਵਿੱਚ ਲਾਏ ਨੇ ਬੈਠਣ ਵਾਸਤੇ ਹੁੰਦੀ ਹੈ। ਔਰ ਉਸ ਤੋਂ ਇਲਾਵਾ ਜਿਹੜੀ 400 ਰੁਪਏ ਦੀ ਇੱਟ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਅਸੀਂ ਤੇ ਮਿੱਟੀ ਖਰੀਦੀ ਸੀਗੀ, ਇੱਟ ਕਿੱਥੋਂ ਬਣ ਗਈ ਬਿੱਲਾਂ ਦੇ ਵਿੱਚ ਸਾਨੂੰ ਨਹੀਂ ਪਤਾ। ਯਾਨੀ ਮਨਰੇਗਾ ਦੇ ਵਿੱਚ 400 ਤੋਂ 1100 ਦਿਨਾਂ ਦੀ ਇੱਕ ਸਾਲ ਦੇ ਵਿੱਚ ਦਿਹਾੜੀ ਦੇਣ ਦੀ ਗੱਲ ਦੇ ਉੱਤੇ ਤੇ ਪੰਚਾਇਤਾਂ ਨੇ ਹਜੇ ਤੱਕ ਕੋਈ ਸਫਾਈ ਨਹੀਂ ਦਿੱਤੀ। ਪਰ ਇਹ ਜਿਹੜੇ ਬਿੱਲਾਂ ਦੇ ਵਿੱਚ ਇੱਟਾਂ ਦੀ ਕੀਮਤ ਤੋਂ ਲੈ ਕੇ ਔਰ ਸੀਮੈਂਟ ਦੀ ਬੋਰੀ ਦੀ ਕੀਮਤ ਦੀ ਇੱਕ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਗਲਤੀ ਕਿੱਥੇ ਹੋਈ? ਜਾਂ ਤੇ ਫਿਰ ਉਹ BDPO ਦਫ਼ਤਰ ਦੇ ਵਿੱਚ ਇਹ ਹੇਰਾਫੇਰੀ ਕੀਤੀ ਗਈ। ਤੁਸੀਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ, 350 ਨੂੰ 3500 ਬਣਾ ਦਿੱਤਾ ਗਿਆ, ਔਰ ਜਿਸ ਤਰੀਕੇ ਨਾਲ 400 ਰੁਪਏ ਦੀ 40 ਰੁਪਏ ਦੀ ਇੱਟੀਆਂ ਜਿੰਨੇ ਦੀ ਬੀਟ ਸੀਗੀ 7 ਰੁਪਏ ਦੀ ਮਿਲਦੀ ਹੈ, ਪਰ 7 ਦਾ 400 ਬਣਾਉਣਾ ਬੜਾ ਔਖਾ ਹੈਗਾ। ਇਹ ਸਾਰੀ ਗੱਲਾਂ ਦੇ ਉੱਤੇ ਇਨਵੈਸਟੀਗੇਸ਼ਨ ਤੇ ਹੋਣੀ ਚਾਹੀਦੀ ਹੈ, ਕਿਉਂਕਿ ਆਰਟੀਆਈ ਦੇ ਵਿੱਚ ਲਿੱਤੀ ਹੋਈ ਇਨਫੋਰਮੇਸ਼ਨ ਉਸ ਸੱਤ ਦੇ ਉੱਤੇ ਆਧਾਰਿਤ ਹੁੰਦੀ ਹੈ, ਕਿਉਂਕਿ ਇਦਾਂ ਦੇ ਵਿੱਚ ਕੋਈ ਗਲਤ ਇਨਫੋਰਮੇਸ਼ਨ ਦੇ ਦਿੱਤੀ ਜਾਏ ਤੇ ਫਿਰ ਇਹਦੇ ਵੀ ਨਤੀਜੇ ਗਲਤ ਹੋ ਸਕਦੇ ਨੇ। ਜਾਂਚ ਬਹੁਤ ਜ਼ਰੂਰੀ ਹੈ, ਜਾਂਚ ਹਰ ਹਾਲ 'ਚ ਹੋਣੀ ਚਾਹੀਦੀ ਹੈ, ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ ਕਿ ਆਰਟੀਆਈ ਦੇ ਤਹਿਤ ਇਨਫੋਰਮੇਸ਼ਨ ਗਲਤ ਕਿਵੇਂ ਗਈ, ਜਿਹੜਾ ਉੱਥੇ ਰਿਕਾਰਡ ਹੈ ਉਹ ਗਲਤ ਕਿਵੇਂ ਹੋਇਆ, ਹੇਰਾਫੇਰੀ ਕਿੱਥੇ ਆ, ਪੈਸਿਆਂ ਨੂੰ ਐਡਜਸਟ ਕਰਨ ਲਈ ਤਾਂ ਨਹੀਂ ਕੀਤੇ ਗਏ ਕਿ ਇਹ ਕਿਹੜੇ ਕਿਸੇ ਨੇ ਚੈੱਕ ਕਰਨੇ। ਇੰਦਰਪ੍ਰੀਤ ਜੀ ਇਹਦੇ ਉੱਤੇ ਥੋੜੀ ਜਿਹੀ ਕਲੈਰਿਟੀ ਦੇ ਦਿਓ, ਫਿਰ ਮੈਂ ਅਗਲਾ ਤੁਹਾਡੇ ਹਿੱਸੇ ਦਾ ਸਵਾਲ ਲਿਆਵਾਂ। ਰੰਧਾਵਾ ਸਾਹਿਬ, ਜਿਹੜੀ ਇਹਦੀ ਗੱਲ ਹੈਗੀ ਹੈ, ਆਪਾਂ ਕੱਲ ਵੀ ਇਸ ਤੇ ਸ਼ੱਕ ਦਾ ਜ਼ਾਹਿਰ ਕੀਤਾ ਸੀ ਵੀ ਇਸ ਤਰ੍ਹਾਂ ਦਾ ਤਾਂ ਬੜਾ ਔਖਾ ਹੈ 400 ਰੁਪਏ ਦੀ ਇੱਟ ਪਾਣਾ ਜਾਂ 3500 ਰੁਪਏ ਦੀ ਸੀਮੈਂਟ ਦੀ ਬੋਰੀ ਪਾਣਾ। ਪਰ ਜਿਵੇਂ ਅੱਜ ਉਹਨਾਂ ਨੇ ਕਲੀਅਰ ਕੀਤਾ ਹੈ ਔਰ ਠੀਕ ਵੀ ਲੱਗ ਰਿਹਾ ਹੋ ਵੀ 3500 ਰੁਪਏ ਦਾ ਸੀਮੈਂਟਡ ਬੈਂਚ ਲਿਖਿਆ ਹੋਣਾ, ਮੈਨੂੰ ਲੱਗਦਾ ਜਾਂ ਤਾਂ ਬੈਂਚ ਕੱਟਿਆ ਗਿਆ, ਸੀਮੈਂਟ ਹੀ ਰਹਿ ਗਿਆ, ਤਾਂ ਉਸ ਤੋਂ ਥੋੜਾ ਜਿਹਾ ਅੰਦਾਜ਼ਾ ਲੱਗਿਆ ਹੋਣਾ ਗਲਤ ਹੋਣ ਦਾ। ਔਰ ਇੰਨੇ ਕੁ ਦਾ ਹੀ ਹੈ ਬੈਂਚ, 3500 ਰੁਪਏ ਦਾ ਹੀ ਹੈ। ਅਸੀਂ ਵੀ ਟਰਾਈ ਕੀਤਾ ਸੀ ਪਿੱਛੇ ਜੇ ਹੁਣੀ ਲੈਣ ਵਾਸਤੇ ਆਪਣੇ ਫਾਰਮ ਲਈ, ਉਦੋਂ ਵੀ ਇਹ ਬੈਂਚ ਦਾ ਰੇਟ ਕੋਈ ਜ਼ਿਆਦਾ ਨਹੀਂ ਹੈ, 3000 ਰੁਪਏ ਤੱਕ ਦਾ ਆ ਜਾਂਦਾ ਹੈ। ਪਰ ਔਰ ਬੈਂਚ ਲੱਗ ਵੀ ਬਹੁਤ ਰਹੇ ਨੇ ਪਿੰਡਾਂ 'ਚ, ਅਗਰ ਤੁਸੀਂ ਦੇਖੋ ਬਹੁਤ ਜ਼ਿਆਦਾ ਬੈਂਚ ਖਰੀਦੇ ਜਾ ਰਹੇ ਨੇ, ਔਰ ਬਹੁਤ ਸਾਰੇ ਤਾਂ MP ਲੈਡ ਦੇ ਵਿੱਚ ਹੀ ਖਰੀਦੇ ਗਏ ਸੀਗੇ। ਤੇ ਇਹਦੇ ਉੱਤੇ ਤਾਂ ਭਗਵੰਤ ਮਾਨ ਹੋਰਾਂ ਨੇ ਇੱਕ ਪੂਰੀ ਆਪਣੀ ਵੀਡੀਓ ਸਕਿੱਟ ਵੀ ਬਣਾਈ ਸੀ, ਜਦੋਂ ਢੀਂਡਸਾ ਸਾਹਿਬ ਦੇ ਉੱਤੇ ਉਹਨਾਂ ਨੇ 2014 'ਚ ਪਹਿਲੀ ਵਾਰ ਅਟੈਕ ਕੀਤਾ ਸੀ, ਤਾਂ ਇਹੀ ਬੈਂਚਾਂ ਦੀ ਗੱਲ ਹੋ ਰਹੀ ਸੀ। ਤਾਂ ਮੈਂ ਜਿਹੜੀ ਕਹਿ ਰਿਹਾ ਵੀ ਇਹ ਠੀਕ ਹੈ, ਮੈਨੂੰ ਵੀ ਲੱਗਦਾ ਕਿ ਕੋਈ ਕਲੈਰੀਕਲ ਮਿਸਟੇਕ ਹੀ ਹੈਗੀ ਹੈ ਕਿਸੇ ਵੀ ਰੂਪ 'ਚ, ਕਿਸੇ ਵੀ ਤਰ੍ਹਾਂ 400 ਰੁਪਏ ਦੀ ਜਿਹੜੀ ਇੱਟ ਮਤਲਬ ਕੋਈ ਪਾਏਗਾ ਤਾਂ ਕਿਸੇ ਨੂੰ ਵੀ ਪਤਾ ਹੈ ਇਹ ਤਾਂ ਪਕੜੀ ਹੀ ਜਾਣੀ ਹੈ, ਇਹ ਪਾਸ ਹੋ ਹੀ ਸਕਦੀ।
ਨਰੇਗਾ ਦਾ ਵੀ ਆਡਿਟ ਹੁੰਦਾ ਹੈ, 2-2 3-3 ਲੈਵਲ ਤੇ ਆਡਿਟ ਹੁੰਦਾ ਹੈ। ਮੈਨੂੰ ਲੱਗਦਾ ਕਿ ਗਲਤੀ ਕਲੈਰੀਕਲੀ ਹੀ ਹੈ, ਹੋ ਸਕਦਾ ਕੁਝ ਹੋਰ ਹੋਵੇ, ਪਰ ਮੈਂ ਇਹ ਵੀ ਮੰਨਣ ਲਈ ਤਿਆਰ ਨਹੀਂ ਵੀ ਗਲਤੀਆਂ ਹੁੰਦੀਆਂ ਨਹੀਂ। ਨਰੇਗਾ ਦੇ ਵਿੱਚ ਹੀ ਬਹੁਤ ਜ਼ਿਆਦਾ ਮਤਲਬ ਘੁਟਾਲੇ ਹੁੰਦੇ ਆ। ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਮਰੇ ਹੋਏ ਵਿਅਕਤੀਆਂ ਦੇ ਨਾਂ ਦੇ ਉੱਤੇ, ਕਿਉਂਕਿ ਉਹਨਾਂ ਦਾ ਕੋਈ ਰਿਕਾਰਡ ਨਹੀਂ ਹੁੰਦਾ। ਸਪੋਜ਼ ਕਰੋ ਤੁਸੀਂ 10 ਵਿਅਕਤੀਆਂ ਦਾ ਮਾਸਟਰ ਰੋਲ ਬਣਾਇਆ ਤੇ ਤੁਸੀਂ ਦੱਸਤਾ ਵੀ ਇਹਨਾਂ ਨੂੰ ਪੇਮੈਂਟ ਕੀਤੀ ਗਈ ਹੈ, ਤਾਂ ਉਹਦੇ ਚ ਮੰਨ ਲਓ 3 ਮਰੇ ਹੋਏ ਵੀ ਨੇ, ਤੇ ਚੈੱਕ ਕੌਣ ਕਰੂਗਾ ਕਿਉਂ ਮਰੇ ਹੋਏ ਨੇ? ਇਹ ਤਾਂ ਉਹਨਾਂ ਲੋਕਾਂ ਨੂੰ ਹੀ ਤਾਂ ਪਤਾ ਹੋ ਸਕਦਾ ਜਿਹੜੇ ਉੱਥੇ ਕੰਮ ਕਰ ਰਹੇ ਆ ਜਾਂ ਉਸੇ ਪਿੰਡ ਦੇ ਹੈਗੇ ਆ। ਬਾਕੀ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ। ਵੀਡੀਓ ਦਫ਼ਤਰ 'ਚ ਬੈਠੇ ਵਿਅਕਤੀ ਨੂੰ ਵੀ ਕਿਸੇ ਨੂੰ ਨਹੀਂ ਪਤਾ ਹੋਏਗਾ ਕਿ ਉਹ ਬੰਦਾ ਜਿੰਦਾ ਹੈ ਜਾਂ ਨਹੀਂ ਜਿੰਦਾ। ਸੋ ਇਸ ਤਰ੍ਹਾਂ ਦੀਆਂ ਗਲਤੀਆਂ ਤਾਂ ਆਮ ਤੌਰ ਤੇ ਨਰੇਗਾ ਦੇ ਵਿੱਚ ਹੁੰਦੀਆਂ ਹੀ ਨੇ, ਔਰ ਬਹੁਤ ਜ਼ਿਆਦਾ ਹੁੰਦੀਆਂ ਨੇ। ਹਜ਼ਾਰ ਕਰੋੜ ਰੁਪਇਆ ਮਤਲਬ ਹੁਣ ਆਣਾ ਸ਼ੁਰੂ ਹੋ ਗਿਆ ਹੈ, ਤਾਂ ਉਹਦੇ 'ਚ ਗਲਤੀਆਂ ਦੀ ਗੁੰਜਾਇਸ਼ ਤਾਂ ਉੱਥੇ ਰਹਿੰਦੀ ਹੈ। ਇਹ ਸਵਾਲ ਠੀਕ ਹੈ ਤੁਹਾਡਾ, ਪਰ ਇਹ ਹੈ ਕਿ ਗਲਤੀਆਂ ਹੁੰਦੀਆਂ ਨਹੀਂ, ਕੀਤੀਆਂ ਜਾਂਦੀਆਂ ਜਾਣ ਬੁੱਝ ਕੇ। ਪਿੰਡਾਂ ਦੇ ਪੱਧਰ ਤੇ ਕੰਮ ਥੋੜੇ ਬੰਦੇ ਕਰ ਰਹੇ ਹੁੰਦੇ ਆ, ਲੇਕਿਨ ਪਾਏ ਬਹੁਤ ਜ਼ਿਆਦਾ ਹੁੰਦੇ ਆ। ਬਹੁਤ ਸਾਰੇ ਲੋਕਾਂ ਨੂੰ ਪੰਚਾਇਤੀ ਚੋਣਾਂ ਲਈ, ਸਰਪੰਚੀ ਜਿੱਤਣ ਲਈ ਉਹਨਾਂ ਨੂੰ ਕੰਮ ਦਿੱਤੇ ਜਾਂਦੇ, ਉਹ ਆਨੰਦ ਲੈਂਦੇ ਰਹਿੰਦੇ ਆ, ਤੇ ਗਰਾਊਂਡ ਦੇ ਉੱਤੇ ਜਿਹੜਾ ਕੰਮ ਹੈ ਗਰਾਊਂਡ ਜ਼ੀਰੋ ਤੇ ਬਹੁਤ ਥੋੜੇ ਲੋਕ ਕਰ ਰਹੇ ਹੁੰਦੇ। ਖੈਰ ਇਹਦੀ ਜਾਂਚ ਬੜੀ ਸਖਤੀ ਨਾਲ ਹੋਣੀ ਚਾਹੀਦੀ, ਬਰੀਕੀ ਨਾਲ। ਭਾਸਕਰ ਸਾਹਿਬ ਸੰਖੇਪ ਚ ਰੱਖਿਓ। ਬਿਲਕੁਲ ਹੈ, ਜਿਸ ਤਰ੍ਹਾਂ ਇੰਦਰਪ੍ਰੀਤ ਜੀ ਕਹਿ ਰਹੇ ਨੇ, ਗਲਤੀਆਂ ਹੁੰਦੀਆਂ, ਗਲਤੀਆਂ ਨਹੀਂ ਘਪਲੇ ਕਹੋ। ਬੇਸਿਕਲੀ ਇਹ ਜਿਹੜੇ ਮਰੇ ਹੋਏ ਵਿਅਕਤੀਆਂ ਨੂੰ ਕੀਤੀ ਗਈ ਪੇਮੈਂਟ ਘਪਲਿਆਂ ਦਾ ਹਿੱਸਾ ਹੁੰਦੀ ਹੈ। ਤੁਹਾਨੂੰ ਯਾਦ ਹੋਏਗਾ, ਭਾਵੇਂ ਅਕਾਲੀਆਂ ਦੀ ਸਰਕਾਰ ਸੀ ਜਾਂ ਫਿਰ ਕਾਂਗਰਸੀਆਂ ਦੀ, ਉਹਨਾਂ ਦਿਨਾਂ ਦੇ ਵਿੱਚ ਇੰਟਰਲੋਕਿੰਗ ਟਾਈਲ ਲਾਉਣ ਦਾ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਚੱਲਿਆ ਸੀ। ਔਰ ਉਹਦੇ ਵਿੱਚ ਜਿਹੜਾ ਮਾਰਜਨ ਵੀ ਸੀਗਾ, ਇਹ ਕਹਿੰਦੇ ਸੀ ਵੀ ਵਿਧਾਇਕ ਸਾਹਿਬ ਦਾ ਮਾਰਜਨ 1 ਰੁਪਏ 2 ਰੁਪਏ, ਯਾਨੀ ਬਹੁਤ ਵੱਡਾ ਸਕੈਮ ਨਿਕਲ ਕੇ ਆ ਸਕਦਾ ਸੀ। ਉਹਦੀ ਜਾਂਚ ਪ੍ਰੋਪਰ ਤਰੀਕੇ ਨਾਲ ਨਹੀਂ ਹੋਈ। ਹਜੇ ਤੇ ਚਲੋ ਗਿੱਦੜਬਾਹਾ ਦੇ ਬਿੱਲ ਨਿਕਲ ਕੇ ਆਏ ਨੇ, ਇੱਕ ਬੈਨੀਫਿਟ ਆਫ ਡਾਊਟ ਵੀ ਜਾ ਰਿਹਾ, ਹੋ ਸਕਦਾ ਗਲਤੀ ਹੋਏ, ਪਰ ਇਹ 3 ਬਿੱਲਾਂ ਦੇ ਵਿੱਚ ਲਗਾਤਾਰ ਹੈ ਗਲਤੀ। ਕਿਉਂਕਿ ਜਦ ਪੌਦੇ ਖਰੀਦਣ ਦੀ ਗੱਲ ਆਈ, ਉਹਦੇ ਵਿੱਚ ਵੀ ਇੱਕ ਪੌਦਾ ਇੰਨਾ ਮਹਿੰਗਾ ਜਿਸ ਤਰੀਕੇ ਨਾਲ ਖਰੀਦਿਆ ਗਿਆ। ਹੁਣ ਬਾਅਦ ਚੋਂ ਗੱਲ ਆਈ ਕਿ ਨਹੀਂ, ਉਹ 604 ਪੌਦੇ ਸੀਗੇ ਜਿਹਦਾ 1,66,750 ਰੁਪਏ ਦਾ ਬਿੱਲ ਸੀਗਾ। ਮੈਨੂੰ ਇਹ ਲੱਗਦਾ ਹੈ ਕਿ ਪਿੰਡਾਂ ਦੇ ਪੱਧਰ ਦੇ ਉੱਤੇ ਜਾਂ ਫਿਰ ਸ਼ਹਿਰਾਂ ਦੇ ਪੱਧਰ ਦੇ ਉੱਤੇ ਜਿਹੜੀ ਡਿਵੈਲਪਮੈਂਟ ਹੁੰਦੀ ਹੈ, ਉਹਨਾਂ ਡਿਵੈਲਪਮੈਂਟ ਦੇ ਵਿੱਚ ਜਿਹੜਾ ਮਾਰਜਨ 1-1 2-2 ਰੁਪਏ ਦਾ ਹੁੰਦਾ ਹੈ, ਖਾਸ ਕਰਕੇ ਇੰਟਰਲੋਕਿੰਗ ਟਾਈਲਸ ਦੇ ਵਿੱਚ, ਉਹਦੀ ਜਾਂਚ ਅਗਰ ਸਹੀ ਤਰੀਕੇ ਨਾਲ ਹੋ ਜਾਏ ਤੇ ਕਰੋੜਾਂ ਦਾ ਕਪੜਾ ਫੜਿਆ ਜਾ ਸਕਦਾ। ਇੰਦਰਪ੍ਰੀਤ ਜੀ, ਅਗਲੀ ਖਬਰ ਜਿਹੜੀ ਤੁਹਾਡੇ ਹਿੱਸੇ ਦੀ ਖਬਰ ਉੱਤੇ ਜਾਣਾ ਹੈ, ਉਹ ਖਬਰ ਇਹ ਆ ਕਿ ਕੱਲ ਕਾਂਗਰਸੀਆਂ ਨੇ ਅੰਦਰ ਪੂਰਾ ਭੜਥੂ ਪਿਆ। ਪਤਾ ਲੱਗਿਆ ਕਿ ਦੁਆਬੇ ਦੇ ਇੱਕ MLA ਜਿਹੜੇ ਮੰਤਰੀ ਰਹੇ ਨੇ ਪਹਿਲਾਂ, ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਕਰਤੀ ਵੀ ਜੇ ਇਹੋ ਕੁਝ ਹੋਣਾ ਹੈ ਤਾਂ ਦੱਸੋ ਫਿਰ ਆਪਾਂ ਇੱਥੇ ਕਰਨਾ ਕੀ ਹੈ। ਤੇ ਇੱਕ ਇਸੇ ਤਰ੍ਹਾਂ ਮਾਝੇ ਤੋਂ MLA ਉਹਨੇ ਵੀ ਸਾਫ਼ ਕਰਤਾ ਵੀ ਮੇਰੇ ਕੋਲ ਬੜੀਆਂ ਪੇਸ਼ਕਸ਼ਾਂ ਹੈਗੀਆਂ ਨੇ, ਬਥੇਰੇ ਪ੍ਰਪੋਜ਼ਲ ਆਏ ਹੋਏ ਆ ਕਿ ਸਾਡੀ ਪਾਰਟੀ ਚ ਆ ਜਾਓ, ਤੋਂ ਇਸ ਕਰਕੇ ਤੁਸੀਂ ਸੋਚ ਸਮਝ ਕੇ ਅੱਗੇ ਵਧਿਓ। ਜੇ ਸਾਡਾ ਪੱਲੇ ਹੀ ਕੱਖ ਨਹੀਂ ਰਹਿਣਾ ਤਾਂ ਫਿਰ ਇਹਨਾਂ ਥਾਵਾਂ ਤੇ ਬਣੇ ਰਹਿਣ ਦਾ ਵੀ ਕੀ ਫਾਇਦਾ। ਖੋਲ ਕੇ ਦੱਸਿਓ ਤੁਸੀਂ ਕੀ ਅੰਦਰ ਝਾਕਿਆ। ਰੰਧਾਵਾ ਸਾਹਿਬ, ਦੇਖੋ ਕੱਲ ਆਪਾਂ ਵੈਸੇ ਤਾਂ ਕਈ ਦਿਨਾਂ ਤੋਂ ਕਰ ਰਹੇ ਹਾਂ ਡਿਸਕਸ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਜਿਹੜਾ ਤਾਲਮੇਲ ਹੋ ਰਿਹਾ ਉੱਪਰਲੇ ਲੈਵਲ ਤੇ, ਪਰ ਥੱਲੜੇ ਲੈਵਲ ਤੇ ਆਪਾਂ ਪਹਿਲਾਂ ਵੀ ਇਹ ਡਿਸਕਸ ਕੀਤਾ ਕਿ ਥੱਲੜੇ ਲੈਵਲ ਤੇ ਉਹ ਗੱਲ ਬਣ ਨਹੀਂ ਪਾ ਰਹੀ ਅਜੇ ਤੱਕ। ਖਾਸ ਤੌਰ ਤੇ ਕਾਂਗਰਸੀ ਜਿਹੜੇ ਲੀਡਰ ਹੈਗੇ ਆ, ਉਹ ਅਗਰ ਇਸ ਗੱਲ ਦੇ ਉੱਤੇ ਚੱਲ ਰਹੀ ਹੈ ਗੱਲ ਕਿ ਸੀਟਾਂ ਦੀ ਵੰਡ ਕਿਸ ਤਰ੍ਹਾਂ ਹੋਏ, ਸੀਟਾਂ ਦੀ ਵੰਡ ਹੋਏ ਵੀ ਜਿਹਨਾਂ ਕੋਲ ਜ਼ਿਆਦਾ MLA ਨੇ ਉਹਨਾਂ ਨੂੰ ਜ਼ਿਆਦਾ ਮਿਲ ਜਾਣ, ਜਿਹਨਾਂ ਕੋਲ ਘੱਟ ਨੇ ਉਹਨਾਂ ਨੂੰ ਉਸ ਪ੍ਰਪੋਰਸ਼ਨ 'ਚ ਮਿਲ ਜੇ। ਤੇ ਜੇ ਇਹ ਪ੍ਰਪੋਰਸ਼ਨ ਚੱਲਿਆ ਤਾਂ ਫਿਰ ਕਾਂਗਰਸ ਕੋਲ ਤਾਂ ਸਿਰਫ 2 ਸੀਟਾਂ ਹੀ ਆਉਂਦੀਆਂ ਨੇ, ਤੇ 2 ਸੀਟਾਂ ਨਾਲ ਕੀ ਕਾਂਗਰਸ ਰਾਜੀ ਹੈਗੀ ਹੈ ਕਿ ਅਸੀਂ 2 ਸੀਟਾਂ ਨਾਲ ਲੜ ਲਾਂਗੇ? ਮੈਨੂੰ ਲੱਗਦਾ ਕਿ ਇਹ ਹੋਏਗਾ ਨਹੀਂ। ਇਸ ਕਰਕੇ ਜਿਹੜਾ ਥੱਲੇਲੇ ਲੈਵਲ ਤੇ ਹੈਗਾ ਉਹ ਬਹੁਤ ਜ਼ਿਆਦਾ ਵਿਰੋਧ ਹੈ। ਜਿਹੜੇ ਬੰਦੇ ਸਿੱਧੇ ਡਾਇਰੈਕਟ ਹਾਈ ਕਮਾਂਡ ਨਾਲ ਇਨ ਟੱਚ ਨੇ, ਜਾਂ ਜਿਵੇਂ ਰਾਜਾ ਵੜਿੰਗ ਹੈ ਜਾਂ ਪ੍ਰਤਾਪ ਸਿੰਘ ਬਾਜਵਾ ਨੇ, ਇਹਨਾਂ ਦਾ ਵਿਰੋਧ ਤਾਂ ਭਾਵੇਂ ਉਹਨਾਂ ਦੇ ਦਬਾਅ ਥੱਲੇ ਮੱਠਾ ਪੈ ਜੇ, ਪਰ ਜਿਹੜੀ ਥੱਲੜੀ ਲੀਡਰਸ਼ਿਪ ਹੈ ਉਹਨਾਂ ਦਾ ਮੱਠਾ ਪਾਣਾ ਮੈਨੂੰ ਨਹੀਂ ਲੱਗਦਾ ਕਿ ਮੱਠਾ ਪੈ ਸਕਦਾ। ਇਸੇ ਗੱਲ ਦੇ ਉੱਤੇ ਕੱਲ ਜਿਹੜੇ MLAs ਵੀ ਆਏ, ਇਹਨਾਂ ਦੇ ਜਿਹੜੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟਸ ਨੇ ਉਹ ਵੀ ਆਏ, ਜਿਹੜੇ MLA ਦੀਆਂ ਸੀਟਾਂ ਜਿਨ੍ਹਾਂ ਨੇ ਲੜੀਆਂ ਨੇ ਹਾਰ ਗਏ ਪਰ ਉਹ ਲੋਕ ਵੀ ਆਏ। ਉਹਨਾਂ ਸਾਰਿਆਂ ਨੇ ਇਹ ਗੱਲ ਪੁਰਜੋਰ ਵਿਰੋਧ ਨਾਲ ਕਹੀ ਹੈ। ਸਿਰਫ ਇੱਕ MP ਜਿਹੜੇ ਸ਼ਾਇਦ ਆਏ ਸੀ, MP ਇੱਕੋ ਹੀ ਆਏ, MP ਜ਼ਿਆਦਾ ਨਹੀਂ ਆਏ, MP ਕੱਲਾ ਜਿਹੜੇ ਹੈਗੇ ਮੁਹੰਮਦ ਸਦੀਕ ਆਏ, ਤੇ ਉਹਨਾਂ ਨੇ ਕਿਹਾ ਵੀ ਮੈਂ ਤਾਂ ਜਿਹੜਾ ਹੈਗਾ ਉਹ ਹਾਈ ਕਮਾਂਡ ਜੋ ਕਹੂਗੀ ਉਸੇ ਨਾਲ ਹੀ ਰਾਜੀ ਹਾਂ, ਜੋ ਹਾਈ ਕਮਾਂਡ ਨੇ ਕਹਿਣਾ ਮੈਂ ਉਹ ਕਰੂੰਗਾ। ਤੇ ਬਾਕੀਆਂ ਦੀ ਜਿਹੜੇ ਜ਼ਿਆਦਾਤਰ ਲੋਕਾਂ ਦਾ ਜਿਹੜਾ ਸੀਗਾ ਉਹ ਵਿਰੋਧ ਹੀ ਸੀ। ਇੱਕ MLA ਜਿਹੜੇ ਤੁਸੀਂ ਠੀਕ ਕਿਹਾ, ਮੈਨੂੰ ਲੱਗਦਾ ਕਿ ਪ੍ਰਗਟ ਸਿੰਘ ਦਾ ਤੁਸੀਂ ਨਾਂ ਲੈ ਰਹੇ ਹੋ, ਪ੍ਰਗਟ ਸਿੰਘ ਹੋਰਾਂ ਨੇ ਇਹ ਗੱਲ ਕੀ, ਪ੍ਰਗਟ ਸਿੰਘ ਬਹੁਤ ਕਲੀਅਰ ਵਿਅਕਤੀ ਨੇ, ਮੈਂ ਜਿੱਥੇ ਤੱਕ ਉਹਨਾਂ ਨੂੰ ਜਿੰਨਾ ਕੁ ਜਾਣਦਾ, ਉਹਨਾਂ ਦਾ ਬਹੁਤ ਕਲੈਰਿਟੀ ਨਾਲ ਗੱਲ ਕਰਦੇ ਆ। ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ ਉੱਥੇ ਵੀ ਜਿਹੜੀ ਇਸ ਤਰ੍ਹਾਂ ਦੀ ਪੋਜੀਸ਼ਨ ਠੀਕ ਨਹੀਂ ਹੈ।
ਅਸੀਂ ਇੱਕ ਪਾਸੇ ਤਾਂ ਇਹਨਾਂ ਨਾਲ ਇੱਥੇ ਲੜ ਰਹੇ ਹਾਂ, ਦੂਸਰੇ ਪਾਸੇ ਅਸੀਂ ਸਾਂਝ ਪਿਆਲੇ ਪਾਵਾਂਗੇ ਤੇ ਸਾਡਾ ਤਾਂ ਕਾਡਰ ਹੀ ਖਿਸਕ ਜਾਣਾ ਥੱਲੋਂ, ਤੇ ਅਸੀਂ ਲੜਾਂਗੇ ਕਿਸ ਬੇਸ ਤੇ। ਸੋ ਉਹਨਾਂ ਨੇ ਵੀ ਕਿਹਾ ਵੀ ਫਿਰ ਅਸਤੀਫਾ ਹੀ ਦੇ ਦਿੰਦੇ ਆ ਜੇ ਮਤਲਬ ਕਾਨੂੰਨ ਨਹੀਂ ਲੱਗਦਾ ਤਾਂ। ਇਸ ਤਰ੍ਹਾਂ ਹੀ ਜਿਹੜਾ ਇੱਕ ਹੋਰ ਮਾਝੇ ਦੀ MLA ਵੀ ਹੈਗੀ, ਉਹਨਾਂ ਨੇ ਵੀ ਕਿਹਾ ਕਿ ਸਾਡੇ ਕੋਲ ਵੀ ਬਹੁਤ ਆਫਰਾਂ ਨੇ ਵੀ ਉਹ, ਪਰ ਅਸੀਂ ਇੰਨੇ ਪੁਰਾਣੇ ਕਾਂਗਰਸੀ ਹਾਂ, ਅਸੀਂ ਛੱਡਣਾ ਨਹੀਂ ਚਾਹੁੰਦੇ ਕਾਂਗਰਸ ਨੂੰ, ਪਰ ਪਾਰਟੀ ਮਜਬੂਰ ਨਾ ਕਰੇ। ਸੋ ਬਹੁਤ ਸਾਰੇ ਹੋਰ ਵਿਅਕਤੀਆਂ ਨੇ ਵੀ ਇਦਾਂ ਦਾ ਆਪਣੇ ਆਪਣੇ ਉਹ ਕਹੀ ਗਿਆ ਉੱਥੇ ਗੱਲਾਂ। ਹੁਣ ਸਾਰੇ ਅਖਤਿਆਰ ਜਿਹੜੇ ਨੇ ਉਹ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਦੇ ਦਿੱਤੇ ਗਏ ਹੈ। ਇਹ ਸਾਰਿਆਂ ਦੀ ਜਿਹੜਾ ਸਾਰਿਆਂ ਦਾ ਵਿਰੋਧ ਹੈ ਉਹ ਲੈ ਕੇ ਉੱਥੇ ਉਹ ਜਾਣਗੇ ਤੇ ਹਾਈ ਕਮਾਂਡ ਨਾਲ ਗੱਲ ਕਰਨਗੇ। ਹੁਣ ਹਾਈ ਕਮਾਂਡ ਕਿੰਨਾ ਕੁਝ ਉਹਨਾਂ ਦੇ ਝੋਲੀ ਪਾਉਂਦੀ ਹੈ, ਇਹ ਦੇਖਣ ਵਾਲੀ ਗੱਲ ਹੈ। ਜਦੋਂ ਪ੍ਰਗਟ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ MLA ਸੀਗੇ ਤਾਂ ਉਹਨਾਂ ਉਦੋਂ ਵੀ ਲੱਤ ਡਾ ਕੇ ਵਿਰੋਧ ਕਰਤਾ ਸੀਗਾ, ਔਰ ਉਹਦਾ ਖਮਿਆਜਾ ਭੁਗਤਣ ਲਈ ਉਹਨਾਂ ਨੂੰ ਕਿਹਾ ਗਿਆ ਸੀ। ਯਾਦ ਹੋਣਾ ਤੁਹਾਨੂੰ, ਉਹਨਾਂ ਨੇ ਕੈਪਟਨ ਸੰਦੀਪ ਸੰਧੂ ਨੂੰ ਸ਼ਰੇਰਾਹ ਨੰਗਾ ਕਰਤਾ ਸੀਗਾ ਕਿ ਇਹਨਾਂ ਨੇ ਮੈਨੂੰ ਧਮਕੀ ਦਿੱਤੀ ਆ ਫੋਨ ਕਰਕੇ। ਕੈਪਟਨ ਅਮਰਿੰਦਰ ਸਿੰਘ ਦੀ ਬਹੁਤੀ ਉਹਨਾਂ ਕੋਈ ਈਨਾਨ ਮੰਨੀ ਨਹੀਂ ਸੀ। ਉਸ ਤੋਂ ਬਾਅਦ ਉਹ ਕੋਸ਼ਿਸ਼ ਕਰਦੇ ਰਹੇ ਕਿ ਸਾਡਾ ਬਣਨਾ ਕੱਖ ਨਹੀਂਗਾ ਤੇ ਆਪਾਂ ਕੋਈ ਤਰੀਕੇ ਨਾਲ ਅੱਗੇ ਵਧੀਏ। ਉਹ ਨਵਜੋਤ ਸਿੰਘ ਸਿੱਧੂ ਨੂੰ ਵੀ ਸਮੇਂ-ਸਮੇਂ ਤੇ ਗਾਈਡ ਕਰਦੇ ਰਹੇ ਕਿ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਦੀ ਲੋੜ ਆ ਤੇ ਅਸੀਂ ਇਸ ਖੇਤਰ ਦੀ ਪ੍ਰਤੀਨਿਧਤਾ ਕਰਦੇ ਆ, ਅਸੀਂ ਪਾਰਟੀਆਂ ਦੇ ਪਿੱਛੇ ਨਾ ਜਾਈਏ ਤੇ ਆਪਣਾ ਕੋਈ ਸੰਗਠਨ ਬਣਾਈਏ। ਨਵਜੋਤ ਸਿੰਘ ਸਿੱਧੂ ਹਵਾ 'ਚ ਤਲਵਾਰਾਂ ਮਾਰਨ ਵਾਲੇ ਲੀਡਰ ਵੱਲ ਵਾਂਗ ਜਾਣੇ ਜਾਂਦੇ ਆ, ਉਹ ਸੀਰੀਅਸ ਗੱਲ ਨੂੰ ਬਹੁਤੀ ਤਵੱਜੋ ਨਹੀਂ ਦਿੰਦੇ ਤੇ ਇਹਨਾਂ ਨੇ ਖਮਿਆਜਾ ਸਾਰਿਆਂ ਨੇ ਰਲ ਮਿਲ ਕੇ ਭੁਗਤ ਲਿਆ। ਚਲੋ ਅਜੇ ਪ੍ਰਗਟ ਸਿੰਘ ਵਿਧਾਨ ਸਭਾ 'ਚ ਬਣੇ ਹੋਏ ਨੇ ਤੇ ਜਿਹੜੀ ਮਾਝੇ ਦੀ MLA ਆ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਹੁਣ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਉਹ ਵੀ ਬਹੁਤ ਫਾਈਟ ਕਰਕੇ ਜਿੱਤ ਕੇ ਆਉਂਦੇ ਆ। ਮੁਹੰਮਦ ਸਦੀਕ ਕਿਹੜੇ ਪੋਲੀਟੀਸ਼ੀਅਨ ਨੇ? ਮੁਹੰਮਦ ਸਦੀਕ ਸਿੰਗਰ ਨੇ ਬੁਨਿਆਦੀ ਤੌਰ ਤੇ, ਉਹਨਾਂ ਨੂੰ ਸਿਆਸੀ ਕੈਰੀਅਰ ਨਾਲ ਕੋਈ ਬਹੁਤ ਲੈਣ ਦੇਣ ਹੈ ਨਹੀਂ, ਸੋ ਇਸ ਕਰਕੇ ਉਹ ਹਾਈ ਕਮਾਂਡ ਨੇ ਟਿਕਟ ਦਿੱਤੀ, ਹਾਈ ਕਮਾਂਡ ਹੀ ਜਾਣੇ। ਮੈਂ ਭਾਸਕਰ ਸਾਹਿਬ ਤੁਹਾਡੇ ਵੱਲ ਹੀ ਆ ਰਿਹਾ, ਜਿਹੜਾ ਸਭ ਤੋਂ ਵੱਡਾ ਨੁਕਤਾ ਉੱਠ ਕੇ ਆਇਆ ਉਹ ਨੁਕਤਾ ਆਇਆ ਕਿ ਜੇਕਰ ਤੁਸੀਂ ਪੋਲੀਟੀਕਲ ਸਪੇਸ ਖਾਲੀ ਕਰ ਦਿਓ, ਇਹ ਸਭ ਤੋਂ ਵਾਹਿਯਾਤ ਫੈਸਲਾ ਹੋਊਗਾ। ਤੁਸੀਂ ਅਕਾਲੀ ਦਲ ਨੂੰ ਰੈੱਡ ਕਾਰਪੇਟ ਦੇ ਰਹੇ ਹੋ ਪੰਜਾਬ ਦੀ ਪੋਲਿਟਿਕਸ ਵਿੱਚ। ਇਹ ਗੱਲ ਉੱਥੇ ਉੱਭਰ ਕੇ ਆਈ ਕਿ ਤੁਸੀਂ ਅਕਾਲੀ ਦਲ ਨੂੰ ਮੁੜ ਜਿਉਂਦਾ ਕਰਨ ਲਈ ਖਾਲੀ ਛੱਡ ਰਹੇ ਹੋ ਜਗ੍ਹਾ, ਜਿਹੜੀ ਅਸੀਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਆ, ਜਿਹਦੇ ਵਿੱਚ ਅਸੀਂ ਮੁੜ ਕੇ ਸੁਰਜੀਤ ਹੋਣਾ ਹੈ, ਫਿਰ ਅਸੀਂ ਸੱਤਾ ਚ ਆਉਣਾ ਹੈ। ਸਾਨੂੰ ਜੇਕਰ ਮੁੜ ਕੇ ਪੰਜਾਬ ਦੇ ਧਰਾਤਲ ਤੇ ਕੁਝ ਵੀ ਨਹੀਂ ਹਾਸਲ ਹੋਣਾ ਤਾਂ ਫਿਰ ਸਿਆਸਤ ਵਿੱਚ ਬਣੇ ਰਹਿਣ ਦਾ ਫਾਇਦਾ ਕੀ ਹੈ? ਅਸੀਂ ਤਾਂ ਸਾਡੇ ਬਹੁਤੇ ਲੀਡਰ ਜਿਹੜੇ ਆ ਉਹ ਛੱਡ ਕੇ ਚਲੇ ਜਾਣਗੇ, ਉਹ ਸੱਤਾਧਾਰੀਆਂ ਨਾਲ ਚਲੇ ਜਾਣਗੇ। ਜੇ ਅਸੀਂ ਵੱਖੋ ਵੱਖ ਵੀ ਲੜਦੇ ਆ, ਬੁਨਿਆਦੀ ਤੌਰ ਤੇ ਇਹ ਵੀ ਸਵਾਲ ਆ ਕਿ ਜੇਕਰ ਵੱਖੋ ਵੱਖ ਵੀ ਲੜਦੇ, ਇਹਨਾਂ ਸਾਹਮਣੇ ਸੰਕਟ ਏਡਾ ਵੱਡਾ ਬਣ ਗਿਆ, ਲੋਕਾਂ ਫਿਰ ਵੀ ਕਹਿਣਾ ਕਿ ਰਲ ਕੇ ਲੜਦੇ ਆ। ਸੋ ਆਮ ਆਦਮੀ ਪਾਰਟੀ ਨੇ ਜਿਹੜਾ ਇਹ ਟਰੰਪ ਕਾਰਡ, ਇਹ ਉਹਨਾਂ ਨੇ ਬਹੁਤ ਘਾਤਕ ਬਣਾਤਾ ਕਾਂਗਰਸ ਲਈ। ਇਹ ਮਰਨ ਹੋ ਗਿਆ ਇਹਨਾਂ ਦਾ। ਰਲ ਕੇ ਲੜਦੇ ਤਾਂ ਵੀ ਮਰਦੇ ਆ, ਵੱਖਰੇ ਲੜਦੇ ਆ ਲੋਕਾਂ ਕਿਹੜਾ ਰਲ ਕੇ ਲੜ ਰਹੇ ਆ, ਵੱਖਰੇ ਲੜਦੇ ਆ ਇਹਨਾਂ ਦਾ ਕਾਡਰ ਬਹੁਤਾ ਉਹਨਾਂ ਨਾਲ ਚਲੇ ਜਾਣਾ ਫਾਰ ਦਾ ਟਾਈਮ ਬੀਇੰਗ ਭਾਵੇਂ ਜਾਵੇ। ਪ੍ਰਗਟ ਸਿੰਘ ਸੱਚਾ ਰੋ ਰਿਹਾ। ਰੰਧਾਵਾ ਜੀ, ਕੱਲ ਪ੍ਰਗਟ ਸਿੰਘ ਉਹਨਾਂ ਨੇ ਅਸਤੀਫੇ ਦੀ ਪੇਸ਼ਿਸ਼ ਕੀਤੀ ਕਿ ਜੇ ਅਗਰ ਸਾਡਾ ਅਲਾਈਅੰਸ ਹੋਇਆ ਤੇ ਅਸੀਂ ਅਸਤੀਫਾ ਦੇ ਦਾਂਗੇ। ਤੁਹਾਨੂੰ ਲੱਗਦਾ ਹੈ ਕਿ ਇਸ ਅਸਤੀਫੇ ਦੀ ਧਮਕੀ ਤੋਂ ਬਾਅਦ ਉੱਤੇ ਵਾਲਿਆਂ ਨੇ ਜਿਹੜਾ ਫੈਸਲਾ ਲਿੱਤਾ ਹੋਏਗਾ ਉਹ ਤੋਂ ਵਾਪਸ ਜਾਣਗੇ? ਔਰ ਨਾਲ ਦੇ ਨਾਲ ਪੋਲੀਟੀਕਲ ਆਧਾਰ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਅਲਾਈਅੰਸ ਦੇ ਜ਼ਰੀਏ ਅਕਾਲੀ ਦਲ ਨੂੰ ਪੁਨਰ ਜੀਵਿਤ ਹੋਣ ਦੀ ਇੱਕ ਸੰਭਾਵਨਾ ਮਿਲ ਜਾਏਗੀ। ਐਦਾਂ ਦੀ ਗੱਲਾਂ ਵੀ ਉਸ ਮੀਟਿੰਗ ਦੇ ਵਿੱਚ ਹੋਈਆਂ, ਪਰ ਅਕਾਲੀ ਦਲ ਕੀ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਹੁਣ ਕੱਲ ਸਿਰਸਾ ਸਾਹਿਬ ਅੰਮ੍ਰਿਤਸਰ ਸੀਗੇ, ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਅਕਾਲੀ ਦਲ ਦੇ ਨਾਲ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਗੱਠਜੋੜ ਨਹੀਂ ਕਰਾਂਗੇ। ਐਦਾਂ ਦੇ ਹਾਲਾਤ ਦੇ ਵਿੱਚ ਪਹਿਲੇ ਦੂਜੇ ਨੰਬਰ ਤੇ ਜੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਅਲਾਈਅੰਸ ਨੂੰ ਲੈ ਲਈਏ ਤੇ ਦੂਜੇ ਨੰਬਰ ਤੇ ਕਿਹੜੀ ਪੋਲੀਟੀਕਲ ਪਾਰਟੀ ਹੋਏਗੀ? ਉਹਦੇ ਵਾਸਤੇ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਇੱਕ ਹਲਕੀ ਜਿਹੀ ਲੜਾਈ ਨਜ਼ਰ ਆਉਂਦੀ ਹੈ। ਔਰ ਇਹ ਫੈਸਲਾ ਕਿ ਅਸੀਂ ਢੀਂਡਸਾ ਸਾਹਿਬ ਦੇ ਨਾਲ ਅਲਾਈਅੰਸ ਕਰਕੇ ਅਗਲੀ ਚੋਣਾਂ ਲੜਾਂਗੇ, ਆਪਣੇ ਆਪ ਵਿੱਚ ਤੀਜੇ ਨੰਬਰ ਦੀ ਲੜਾਈ ਤੇਜ਼ ਕਰਤੀ ਹੈ ਇਸ ਸਾਰੇ ਬਿਆਨਾਂ ਨੇ। ਇੰਦਰਪ੍ਰੀਤ ਜੀ, ਇਹ ਕੱਲ ਕਾਫੀ ਦਿਲਚਸਪ ਦੌਰ 'ਚ ਦਾਖਲ ਹੋਈ ਹੈ ਗੱਲ। ਪਹਿਲੀ ਗੱਲ ਤੇ ਇਹ ਕਿ ਇਹ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜੇਕਰ ਇਹ ਰਲ ਕੇ ਲੜਦੇ ਆ, ਸੀਟਾਂ ਦੀ ਵੰਡ ਕਰਦੇ ਆ ਫਿਰ ਵੀ, ਤੇ ਜੇ ਇਹ ਸੀਟਾਂ ਦੀ ਵੰਡ ਨਹੀਂ ਕਰਦੇ ਤੇ ਇਕੱਲੇ ਲੜਦੇ ਫਿਰ ਵੀ, ਮੈਸੇਜ ਤਾਂ ਕਲੀਅਰ ਹੋ ਚੁੱਕਿਆ ਵੀ ਇਹ ਇਕੱਠੇ ਉੱਤੇ। ਔਰ ਥੱਲੇ ਦੇ ਪੱਧਰ ਦੇ ਉੱਤੇ ਇਸ ਗੱਲ 'ਚ ਕੋਈ ਦੋ ਰਾਵਾਂ ਨਹੀਂ ਕਿ ਇਹਨਾਂ ਦੀ ਕਿਸੇ ਗੱਲ ਦਾ ਵੀ ਕੋਈ ਯਕੀਨ ਕਰੇ। ਜਿਹੜਾ ਉੱਥੇ ਕੱਲ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀ ਵੀ ਫਿਰ ਸਾਡੇ ਲੀਡਰ ਹੌਲੀ ਸਾਨੂੰ ਛੱਡ ਕੇ ਜਾਣਗੇ, ਸਾਡੇ ਲੀਡਰ ਵੀ ਛੱਡਣਗੇ, ਵਰਕਰ ਵੀ ਥੱਲੇ ਦੇ ਲੈਵਲ ਤੇ ਪਿੰਡਾਂ 'ਚ ਤੇ ਹੋਰ ਬਾਕੀ ਇਲੈਕਸ਼ਨਾਂ ਲੜਨ ਲਈ ਉਹ ਚਲੇ ਜਾਣਗੇ ਸੱਤਾਧਾਰੀਆਂ ਨਾਲ ਕਿ ਜਿੱਥੋਂ ਫਾਇਦਾ ਮਿਲਦਾ। ਇਸ ਟੋਟਲ ਪਾਰਟੀ ਦੇ ਨੁਕਸਾਨ ਨੂੰ ਰੋਕਣ ਲਈ ਕੀਤਾ ਕੀ ਜਾਵੇ? ਉਹਨਾਂ ਕੋਲ ਬਦਲ ਤਾਂ ਹੈ ਨਹੀਂ। ਸੋ ਇੱਕ ਤਾਂ ਇਹ ਗੱਲ। ਦੂਜੀ ਗੱਲ ਕਿ ਜੇ ਅਕਾਲੀ ਦਲ
ਇਹ ਸਪੇਸ ਖਾਲੀ ਕਰ ਦਿੰਦੇ ਆ ਮੁੱਖ ਵਿਰੋਧੀ ਦਲ ਵਾਲੀ, ਤੇ ਕੀ ਅਕਾਲੀ ਦਲ ਲੈਣ ਨੂੰ ਤਿਆਰ ਆ? ਉਹਨਾਂ ਦੇ ਅੰਦਰ ਰਫੜਾ, ਅੱਜ ਇੱਕ ਖਬਰ ਵੱਡੀ ਛਪੀ ਹੋਈ ਆ, ਔਰ ਕੱਲ ਮੈਂ ਜ਼ਿਕਰ ਵੀ ਕੀਤਾ, ਕੁਝ ਬੀਬੀਆਂ ਨਾਲ ਗੱਲ ਵੀ ਹੋਈ, ਬੀਬੀਆਂ ਜਿਹੜੀਆਂ ਕਿ ਪੂਰੀ ਤਰ੍ਹਾਂ ਅਕਾਲੀ ਦਲ ਤੋਂ ਖਾਸ ਤੌਰ ਤੇ ਆਪਣੀ ਇਸਤਰੀ ਵਿੰਗ ਤੋਂ ਅਸਤੀਫਾ ਦੇ ਚੁੱਕੀਆਂ, ਅਕਾਲੀ ਦਲ ਉਹਨਾਂ ਨਹੀਂ ਛੱਡਿਆ, ਉਹ ਬਹੁਤ ਸਖਤ ਨਾਰਾਜ਼ ਚੱਲ ਰਹੀਆਂ ਨੇ। ਅਕਾਲੀ ਦਲ ਆਪਣੇ ਉਹਨਾਂ ਦੇ ਅੰਦਰ ਵੀ ਕੁਝ ਲੀਡਰ ਨਾਰਾਜ਼ਗੀ ਦੇ ਸੁਰ ਰੱਖਦੇ ਆ ਕਿ ਕੋਈ ਫੈਸਲਾ ਚੱਜ ਦਾ ਲਈਏ। ਸੋ ਐਸੀ ਸਥਿਤੀ ਦੇ ਵਿੱਚ ਪੰਜਾਬ ਦੇ ਪੋਲੀਟੀਕਲ ਅਰੇਨਾ ਦੇ ਵਿੱਚ ਕੁਝ ਨਵਾਂ ਵਾਪਰ ਸਕਦਾ, ਲੀਡਰਲੈਸ ਜਿਹਾ ਹੋ ਗਿਆ ਪੰਜਾਬ। ਬਿਲਕੁਲ ਤੁਸੀਂ ਰੰਧਾਵਾ ਸਾਹਿਬ ਠੀਕ ਕਿਹਾ ਕਿ ਪੰਜਾਬ ਇਸ ਟਾਈਮ ਬਹੁਤ ਹੀ ਲੀਡਰਲੈਸ ਨਜ਼ਰ ਆ ਰਿਹਾ ਹੈ, ਔਰ ਇਸ ਗੱਲ ਦਾ ਠੀਕ ਭਾਸਕਰ ਸਾਹਿਬ ਨੇ ਇੱਕ ਇੰਡੀਕੇਟ ਜਿਹੜੀ ਗੱਲ ਕੀਤੀ ਹੈਗੀ ਹੈ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚ ਜਿਹੜਾ ਗੱਠਜੋੜ ਹੋ ਰਿਹਾ ਹੈ, ਉਹਦੇ ਨਾਲ ਜਿਹੜੀ ਕਾਂਗਰਸ 'ਚ ਨਾਰਾਜ਼ਗੀ ਹੈਗੀ ਹੈ, ਉਹ ਨਾਰਾਜ਼ਗੀ ਅਸਤੀਫਿਆਂ ਦੇ ਰੂਪ 'ਚ ਆਵੇ, ਚਾਹੇ ਪਾਰਟੀ ਛੱਡਣ ਦੇ ਰੂਪ 'ਚ ਆਵੇ, ਚਾਹੇ ਕਿਸੇ ਵੀ ਰੂਪ 'ਚ ਆਵੇ, ਉਹ ਜਿਹੜੀ ਸਪੇਸ ਖਾਲੀ ਕਰ ਕਰਕੇ ਜਾਏਗੀ, ਉਹ ਦੂਜੀਆਂ ਪਾਰਟੀਆਂ ਦੇ ਵਿੱਚ ਉਹਨਾਂ ਕੋਲ ਮੌਕਾ ਚਲੇ ਜਾਣਗੇ। ਹੈ ਕੌਣ ਨੇ? ਇੱਕ ਤਾਂ ਹੈਗੀ ਹੈ ਬੀਜੇਪੀ, ਬਹੁਤ ਸਾਰੀ ਹਿੰਦੂ ਲੀਡਰਸ਼ਿਪ ਜਿਹੜੀ ਹੈਗੀ ਹੈ, ਉਹਨਾਂ ਕੋਲੇ ਰਾਹ ਖੁੱਲਾ ਹੈ ਬੀਜੇਪੀ ਦਾ, ਉਹ ਜਾ ਸਕਦੇ ਆ, ਔਰ ਉੱਥੇ ਬੀਜੇਪੀ ਨੂੰ ਆਲਰੇਡੀ 23 ਤੋਂ ਵੱਧ ਹੁਣ ਸੀਟਾਂ ਤੇ ਲੜਨਾ ਹੈ, ਉਹਨਾਂ ਕੋਲ ਵੀ ਲੀਡਰਸ ਹੈ ਨਹੀਂ ਚੰਗੇ, ਉਹਨਾਂ ਨੂੰ ਵੀ ਤਲਾਸ਼ ਹੈ, ਉਹ ਫਟਾਫਟ ਲੈਣਗੇ ਇਹਨਾਂ ਲੀਡਰਸ ਨੂੰ। ਦੂਜੇ ਹੈਗੇ ਅਕਾਲੀ ਦਲ ਤਾਂ ਆਪਣੇ ਆਪ 'ਚ ਹੀ ਲੜਾਈ 'ਚ ਪਿਆ ਹੋਇਆ। ਤੁਸੀਂ ਦੇਖੋ ਪੂਰਾ ਅੱਜ 1 ਮਹੀਨਾ ਹੋ ਗਿਆ, 1 ਮਹੀਨਾ ਦਿੱਤਾ ਸੀਗਾ ਜਿਹੜੀ ਜਿੰਨੀਆਂ ਵੀ ਇਸਤਰੀ ਵਿੰਗ ਦੀਆਂ ਲੀਡਰਸ ਹੈਗੀਆਂ ਹੈ, ਉਹਨਾਂ ਨੇ 1 ਮਹੀਨਾ ਦਿੱਤਾ ਸੀ ਵੀ ਇਸ ਤੇ ਕੋਈ ਫੈਸਲਾ ਕਰੋ, ਕੋਈ ਫੈਸਲਾ ਨਹੀਂ ਹੋਇਆ, ਕੋਈ ਗੱਲ ਵੀ ਤੱਕ ਵੀ ਨਹੀਂ ਹੋਈ ਉਹਨਾਂ ਨਾਲ। ਸੋ ਮੈਨੂੰ ਲੱਗਦਾ ਵੀ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਉਹ ਗੱਲ ਤਾਂ ਠੀਕ ਹੈ ਵੀ ਸਪੇਸ ਤਾਂ ਜ਼ਰੂਰ ਕ੍ਰੀਏਟ ਹੋ ਗਈ ਹੈ, ਪਰ ਲਏਗਾ ਕੌਣ? ਨਾ ਤਾਂ ਅਕਾਲੀ ਦਲ ਵਾਲੇ ਇਸ ਤਰ੍ਹਾਂ ਦਾ ਕੋਈ ਹੱਲਾਸ਼ੇਰੀ ਦਿਖਾ ਰਿਹਾ ਕਿ ਅਸੀਂ ਲੈ ਲਈ ਇਸ ਚੀਜ਼ ਨੂੰ, ਤੇ ਨਾ ਹੀ ਮਤਲਬ ਬੀਜੇਪੀ ਦੇ ਵੀ ਜਿਹੜਾ ਆਪਣਾ ਕਾਡਰ ਬਹੁਤ ਨਿਰਾਸ਼ ਹੋ ਕੇ ਬੈਠਾ ਹੈ। ਸਿਰਫ ਬਾਹਰ ਵਾਲੇ ਜਿਹੜੇ ਲੀਡਰ ਆਏ ਨੇ, ਜਿਹੜੇ ਕਾਂਗਰਸ ਤੋਂ ਲੀਡਰ ਗਏ ਨੇ, ਉਹੀ ਤੁਹਾਨੂੰ ਨਜ਼ਰ ਆਣਗੇ। ਜਿਹੜਾ ਬੀਜੇਪੀ ਦਾ ਕੋਰ ਵੋਟਰ ਹੈਗਾ ਜਾਂ ਕੋਰ ਲੀਡਰ ਹੈਗੇ ਨੇ, ਉਹ ਤੁਹਾਨੂੰ ਕਿਤੇ ਵੀ ਨਜ਼ਰ ਨਹੀਂ ਆਣਗੇ। ਕਿੰਨੇ ਫੰਕਸ਼ਨ ਹੋ ਗਏ ਤੁਸੀਂ ਦੇਖਿਆ ਹੋਣਾ, ਇੱਕਾ ਦੁੱਕਾ ਲੀਡਰ ਹੀ ਉੱਥੇ ਹੁੰਦੇ ਆ, ਬਾਕੀ ਉਹਨਾਂ ਦੇ ਲੀਡਰ ਹੁੰਦੇ ਹੀ ਨਹੀਂ ਹੈ ਕਿਤੇ। ਸੋ ਇਹ ਇੱਕ ਬੜਾ ਜਿਹੜੀ ਜਿਹਨੂੰ ਕਹਿੰਦੇ ਨਾ ਕਿ ਇਹੋ ਜਿਹੀ ਸਥਿਤੀ ਬਣ ਗਈ ਹੈ ਜਿਸ 'ਚ ਕੁਝ ਵੀ ਹੋ ਸਕਦਾ, ਕਿਉਂਕਿ ਆਦਰਸ਼ ਤਾਂ ਹੁਣ ਕਿਸੇ ਦੇ ਰਹੇ ਨਹੀਂ ਹੈ। ਸੋ ਜਿੰਨੀਆਂ ਸਪੇਸ ਖਾਲੀ ਹੋ ਜਾਣਗੀਆਂ, ਉਹ ਜਿਹੜਾ ਵਿਅਕਤੀ ਜਿੰਨੀ ਕੈਚ ਕਰ ਲੇਗਾ ਉਹਨੂੰ ਉਨਾ ਫਾਇਦਾ ਹੋ ਜਾਣਾ ਹੈ। ਅੱਜ ਦੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਕਿਉਂਕਿ ਸੱਤਾ ਦੇ ਵਿੱਚ ਹੈ, ਤੇ ਸੱਤਾਧਾਰੀ ਜਿਹੜੀ ਪਾਰਟੀ ਹੁੰਦੀ ਹੈ ਉਹ ਇੱਕ ਗੁੜ ਵਾਂਗੂ ਹੁੰਦੀ ਹੈ, ਜਿਹੜੇ ਸਾਰੇ ਜਿਹੜੇ ਚੀਂਟੇ ਹੁੰਦੇ ਆ, ਉਹ ਕੀੜੇ ਹੁੰਦੇ ਆ, ਕੀੜੀਆਂ ਹੁੰਦੀਆਂ, ਉਹ ਸਾਰੀਆਂ ਉਸੇ ਨੂੰ ਚਿਪਕਦੀਆਂ ਨੇ। ਸੋ ਸੱਤਾ ਦਾ ਇੱਕ ਫਾਇਦਾ ਤਾਂ ਆਮ ਆਦਮੀ ਪਾਰਟੀ ਨੂੰ ਜ਼ਰੂਰ ਮਿਲੇਗਾ। ਹੁਣ ਬਾਕੀ ਦੀਆਂ ਜਿਹੜੀਆਂ ਓਪੋਜੀਸ਼ਨ ਵਾਲੀਆਂ ਪਾਰਟੀ ਨੇ, ਉਹ ਉਸ ਨੂੰ ਕਿੰਨਾ ਕੈਚ ਕਰ ਪਾਣਗੀਆਂ, ਇਹ ਇੱਕ ਦੇਖਣ ਵਾਲੀ ਗੱਲ ਹੋਊਗੀ। ਜੀ, ਮੈਂ ਭਾਸਕਰ ਸਾਹਿਬ ਇੱਕ ਖਬਰ, ਹੁਣ ਥੋੜਾ ਜਿਹਾ ਸਿਆਸਤ ਤੋਂ ਇੱਧਰ ਆ ਜਾਈਏ। ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ 800 ਅਲਕੋਮੀਟਰ ਖਰੀਦਣ ਦੀ ਗੱਲ ਕਰ ਰਹੇ ਆ, ਤੇ 48 ਘੰਟਿਆਂ 'ਚ ਜੇ ਕੋਈ ਐਕਸੀਡੈਂਟ ਹੋ ਜਾਂਦਾ ਤੇ ਉਹਦਾ 48 ਘੰਟੇ ਇਲਾਜ ਸਰਕਾਰ ਫ੍ਰੀ ਕਰੂਗੀ। 2 ਖਬਰਾਂ ਨੂੰ ਕਲੱਬ ਕਰੀਏ। ਵੈਸੇ ਐਲਕੋਮੀਟਰ ਪੁਲਿਸ ਦੀ ਜੇਬ 'ਚ ਹੋਣ ਤੇ ਕੋਈ ਸ਼ਰਾਬ ਪੀਣ ਵਾਲੇ ਗੱਡੀ ਘੱਟ ਚਲਾਉਣੀ ਸ਼ੁਰੂ ਕਰ ਦਿੰਦੇ। ਦੇਖੋ, ਸਰਕਾਰ ਵਕਤ ਤੇ ਸ਼ਰਾਬੀਆਂ ਨੂੰ ਡਰਾ ਕੇ ਰੱਖਦੀ ਹੈ, ਔਰ 7-8 ਮਹੀਨੇ ਪਹਿਲੇ ਤੁਸੀਂ ਉਹ ਖਬਰ ਵੀ ਪੜ੍ਹੀ ਹੋਏਗੀ ਕਿ ਮੈਰਿਜ ਪੈਲੇਸ ਤੋਂ ਬਾਅਦ ਹੁਣ ਪੁਲਿਸ ਦੀ ਜਿਪਸੀਆਂ ਖੜੀ ਹੋਣਗੀਆਂ। ਜਿਹੜਾ ਵੀ ਸ਼ਾਦੀ ਤੋਂ ਨਿਕਲੇਗਾ, ਮਾੜੇ ਜਿਹੀ ਵੀ ਟੰਗਾ ਹਿਲਦੀ ਨਜ਼ਰ ਆਈ ਤੇ ਐਲਕੋਮੀਟਰ ਮੂੰਹ 'ਚ ਪਾ ਦੇਣਾ ਤੇ ਅੰਦਰ ਲੈ ਜਾਣਾ ਜੇਬ ਪੀਤੀ ਹੋਈ। ਲੋਕਾਂ ਨੇ ਆਪਣੀ ਵੋਟੀਆਂ ਨੂੰ ਗੱਡੀਆਂ ਸਿਖਾਤੀ ਸੀ ਵੀ ਜ਼ਿਆਦਾ 2-4 ਹੋ ਜਾਏ ਤੇ ਫਿਰ ਵਾਈਫ ਗੱਡੀ ਚਲਾ ਲੇ ਤੇ ਆਪਾਂ ਘਰ ਆ ਜਾਈਏ ਸਹੀ ਤਰੀਕੇ ਨਾਲ। ਪਰ ਉਹਦਾ ਵੀ ਕੁਝ ਬਹੁਤਾ ਹੋਇਆ ਨਹੀਂ ਅਸਰ। ਨਾ ਤੇ ਪੁਲਿਸ ਦੀ ਗੱਡੀਆਂ ਨਜ਼ਰ ਆਈਆਂ, ਔਰ ਪੁਲਿਸ ਵੀ ਕਈ ਵਾਰ ਬਾਹਰ ਖੜੇ ਹੋਣ ਦੀ ਬਜਾਏ ਅੰਦਰ ਜਾ ਕੇ ਇੰਜੋਏ ਕਰਨਾ ਜ਼ਿਆਦਾ ਪਸੰਦ ਕਰਦੀ ਹੈ। ਅੰਮ੍ਰਿਤਸਰ ਵਾਲੇ ਕੇਸ ਦੇ ਵਿੱਚ ਆਪਾਂ ਦੇਖਿਆ ਹੀ ਸੀਗਾ, ਜਿਹਦੇ ਵਿੱਚ NRI ਦੀ ਪਾਰਟੀ ਦੇ ਵਿੱਚ ਕਿੱਦਾਂ ਪੁਲਿਸ ਵਾਲੇ ਬਾਅਦ ਚੋਂ ਐਂਟਰ ਹੋਏ ਔਰ ਬਹੁਤਾ ਕੋਈ ਐਕਸ਼ਨ ਉਸ ਕੇਸ ਦੇ ਵਿੱਚ ਨਹੀਂ ਲਿੱਤਾ। 800 ਐਲਕੋਮੀਟਰ ਖਰੀਦਣ ਦੀ ਗੱਲ ਹੁਣ ਚੀਫ ਸੈਕਟਰੀ ਸਾਹਿਬ ਨੇ ਕੀਤੀ ਹੈ। ਇਹ ਵੀ ਉਹੀ ਗੱਲ ਹੈਗੀ ਹੈ ਕਿ ਸ਼ਰਾਬੀਓ ਤੁਹਾਡੇ ਵਾਸਤੇ ਮੀਟਰ ਖਰੀਦ ਰਹੇ ਆ, ਜੇ ਹੁਣ ਸ਼ਰਾਬ ਪੀ ਕੇ ਗੱਡੀ ਚਲਾਈ ਤੇ ਮੂੰਹ 'ਚ ਮੀਟਰ ਪਾ ਕੇ ਆਪਾਂ ਚੈੱਕ ਕਰਨਾ ਤੇ ਫਿਰ ਲੈ ਜਾਣਾ ਅੰਦਰ। ਸੜਕ ਸੁਰੱਖਿਆ ਫੋਰਸ, ਉਹਦੀ ਵੀ ਪਿਛਲੇ ਦਿਨਾਂ ਦੇ ਵਿੱਚ ਅਨਾਉਂਸਮੈਂਟ ਹੋਈ, ਇੰਨੀ ਗੱਡੀਆਂ ਖਰੀਦੀਆਂ, ਆਹ ਚੀਜ਼ਾਂ ਹੋਈਆਂ। ਪਰ ਇਹਦੇ ਨਾਲ ਚਲੋ ਸ਼ਰਾਬੀਆਂ ਦੇ ਮਨਾਂ ਦੇ ਵਿੱਚ ਡਰ ਹੋਣਾ ਚਾਹੀਦਾ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣਾ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ, ਔਰ ਇਹਨੂੰ ਰੋਕਣ ਵਾਸਤੇ, ਡਰ ਪੈਦਾ ਕਰਨ ਵਾਸਤੇ 800 ਮੀਟਰ ਕੀ 2000 ਮੀਟਰ ਵੀ ਖਰੀਦਣੇ ਚਾਹੀਦੇ। ਔਰ ਚੀਫ ਸੈਕਟਰੀ ਸਾਹਿਬ ਨੇ ਦਿੱਤਾ ਆਰਡਰ, 3 ਮਹੀਨਿਆਂ ਦੇ ਵਿੱਚ ਆਰਡਰ ਕੰਪਲੀਟ ਹੋ ਜਾਏਗਾ। ਨਾਲ ਦੇ ਨਾਲ ਬਲਬੀਰ ਸਿੰਘ ਉਹਨਾਂ ਨੇ ਵੀ ਇੱਕ ਵਧੀਆ ਖਬਰ ਸੁਣਾਈ ਹੈ, ਜੇ ਕਿਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਦਾ ਕਿਸੇ ਦਾ ਵੀ ਅਗਰ ਪੰਜਾਬ ਦੇ ਵਿੱਚ ਭਾਵੇਂ ਬਾਹਰ ਦੇ ਸੂਬੇ ਦਾ ਵੀ ਹੈ ਐਕਸੀਡੈਂਟ ਹੋ ਜਾਂਦਾ ਹੈ ਤੇ ਉਹਨੂੰ 48 ਘੰਟੇ, ਕਿਸੇ ਵੀ ਐਕਸੀਡੈਂਟ ਦੇ ਵਿੱਚ 48 ਘੰਟੇ ਬੜੇ ਕ੍ਰਿਟੀਕਲ ਹੁੰਦੇ ਨੇ ਕਿਸੇ ਦੀ ਜਾਨ ਬਚਾਉਣ ਵਾਸਤੇ। ਉਸ ਸਾਰੇ 48 ਘੰਟਿਆਂ ਦੇ ਵਿੱਚ
ਹਸਪੀਟਲ ਤੋਂ ਲੈ ਕੇ ਭਾਵੇਂ ਪ੍ਰਾਈਵੇਟ ਹਸਪੀਟਲ ਹੋਏ, ਸਾਰਾ ਖਰਚਾ ਸਰਕਾਰ ਦੇਗੀ। ਹਾਲਾਂਕਿ ਦਿੱਲੀ ਦੇ ਵਿੱਚ ਇਹ ਸਕੀਮ ਹੈਗੀ ਹੈ ਕਿ ਅਗਰ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ, ਉਹਨੂੰ ਕੋਈ ਹਸਪੀਟਲ ਲੈ ਕੇ ਜਾਂਦਾ ਤੇ ਜੋ ਹਸਪੀਟਲ ਲੈ ਕੇ ਜਾਂਦਾ ਉਹਨੂੰ ਇਨਾਮ ਔਰ ਹਸਪੀਟਲ ਦਾ ਸਾਰਾ ਖਰਚਾ, ਪੂਰੇ ਇਲਾਜ ਦਾ ਖਰਚਾ ਹੀ ਸਰਕਾਰ ਦਿੰਦੀ ਹੈ। ਇੱਥੇ ਫਿਲਹਾਲ 48 ਘੰਟੇ ਵਾਲੀ ਇਹ ਗੱਲ ਡਾਕਟਰ ਬਲਬੀਰ ਸਿੰਘ ਉਹਨਾਂ ਨੇ ਕੀਤੀ ਹੈ, ਇਹ ਚੰਗੀ ਗੱਲ ਹੈਗੀ ਹੈ। ਪਰ ਸ਼ਰਾਬ ਦੇ ਮੁੱਦੇ ਦੇ ਉੱਤੇ ਚੀਫ ਸੈਕਟਰੀ ਸਾਹਿਬ ਦਾ ਇਹ ਸਟੈਪ, ਔਰ ਸ਼ਰਾਬੀਆਂ ਨੂੰ ਸਾਡੀ ਤਰਫੋਂ ਵੀ ਇੱਕ ਇਹ ਮੈਸੇਜ ਹੈ ਕਿ ਪੀ ਕੇ ਗੱਡੀ ਨਾ ਚਲਾਓ। ਐਂ ਹੀ ਤੁਸੀਂ ਆਪ ਵੀ ਖਤਰੇ 'ਚ ਪੈਂਦੇ ਹੋ ਤੇ ਦੂਜਿਆਂ ਦੀ ਜਾਨ ਨੂੰ ਵੀ ਖਤਰਿਆਂ 'ਚ ਪਾਉਂਦੇ ਹੋ। ਤੇ ਇਸ ਐਲਕੋਮੀਟਰ ਦੀ ਖਬਰ ਪੜ੍ਹ ਕੇ ਡਰ ਜਾਓ, ਬਜਾਏ ਕਿ ਐਲਕੋਮੀਟਰ ਤੁਹਾਡੇ ਮੂੰਹ 'ਚ ਘੁਸਾਇਆ ਜਾਏ ਤਾਂ ਦਿੱਕਤ ਹੈ। ਭਾਸਕਰ ਸਾਹਿਬ ਨੇ ਦਾਰੂ ਛੱਡ ਦਿੱਤੀ ਹੈ ਤੇ ਵੇਖੋ ਹੁਣ ਪ੍ਰਵਚਨ ਕਿੱਡੇ ਕਰ ਰਹੇ ਆ। ਵੈਸੇ ਇਹਨਾਂ ਨੇ ਪਹਿਲਾਂ ਵੀ ਕਦੇ ਗੱਡੀ ਨਹੀਂ ਚਲਾਈ ਆਪ ਪੀ ਕੇ, ਤੇ ਇਹ ਗੱਡੀ ਸਾਈਡ ਤੇ ਲਾ ਕੇ ਅਕਸਰ ਸੌਂ ਜਾਂਦੇ ਆ। 2-3 ਘੰਟੇ ਬਾਅਦ ਜਦੋਂ ਦਾਰੂ ਲੈ ਜੇ ਫਿਰ ਇਹ ਐਲਕੋਮੀਟਰ ਨਾਲ ਆਪਣਾ ਆਪ ਰੱਖਿਆ ਮੂੰਹ 'ਚ ਪਾ ਕੇ ਚੈੱਕ ਕਰ ਲੈਂਦੇ ਵੀ ਹੁਣ ਮਾਤਰਾ ਮਕਦਾਰ ਕਿੰਨੀ ਹੈ। ਸੋ ਇੰਦਰਪ੍ਰੀਤ ਜੀ, ਹਾਸੇ ਠੱਠੇ ਵੀ ਹੋਣੇ ਚਾਹੀਦੇ ਆ, ਐਵੇਂ ਸਿਆਸਤ ਦੀਆਂ ਰੁੱਖੀਆਂ ਜੀਆਂ ਖਬਰਾਂ ਨਾਲ ਵਾਹ ਸਿੰਘ ਫਸਾ ਕੇ ਬੈਠੇ ਰਹਿੰਦੇ ਆ। ਤੇ ਮੈਨੂੰ ਦੱਸਿਓ ਇੰਦਰਪ੍ਰੀਤ ਜੀ, ਆਪਣਾ ਕਿਸਾਨਾਂ ਨੂੰ ਬਿਜਲੀ ਨਹੀਂ ਮਿਲ ਰਹੀ। ਚਰਨਜੀਤ ਭੁੱਲਰ ਨੇ ਖਬਰ ਲਾਈ ਹੋਈ ਆ ਵੀ ਕਿਸਾਨਾਂ ਨੂੰ ਬਿਜਲੀ ਨਹੀਂ ਮਿਲ ਰਹੀ ਪੂਰੀ। ਤੇ ਦੂਜੇ ਬੰਨੇ ਇੱਕ ਹੋਰ ਖਬਰ ਮੈਂ ਦੇਖ ਰਿਹਾ ਕਿ ਕੋਲੇ ਦਾ 4% ਜਿਹੜਾ ਟੋਟਲ ਕੋਲਾ ਦਾ 4% ਘੱਟੋ ਘੱਟ ਵਿਦੇਸ਼ਾਂ ਤੋਂ ਖਰੀਦੋ। ਇਹ ਕਿਹੋ ਜਿਹੀਆਂ ਸ਼ਰਤਾਂ ਲਾਈ ਜਾਂਦੇ ਨੇ? ਅੱਗੇ ਅਸੀਂ ਬੜੇ ਕਰਜ਼ੇ ਥੱਲੇ, ਸਾਨੂੰ ਹੋਰ ਨਾ ਡਰਾਇਆ ਕਰੋ। ਰੰਧਾਵਾ ਸਾਹਿਬ ਬਿਲਕੁਲ ਠੀਕ ਹੈ ਕਿ ਇਹਨਾਂ ਦਿਨਾਂ 'ਚ ਬਿਜਲੀ ਦੀ ਜਿਹੜੀ ਮਤਲਬ ਮੰਗ ਹੈ ਉਹ ਵੱਧ ਰਹੀ ਹੈ, ਕਿਉਂਕਿ ਇੱਕਦਮ ਬਰਸਾਤਾਂ ਦਾ ਬਿਲਕੁਲ ਬੰਦ ਹੋ ਗਈਆਂ। ਤੁਸੀਂ ਦੇਖਿਆ ਅਗਸਤ ਮਹੀਨਾ ਪੂਰਾ ਬਰਸਾਤ ਨਹੀਂ ਹੋਈ ਜਿੰਨੀ ਕੁ ਹੋਣੀ ਚਾਹੀਦੀ ਸੀ। ਬਰਸਾਤਾਂ ਐਕਚੁਅਲੀ ਤਾਂ ਪੰਜਾਬ 'ਚ ਘੱਟ ਹੀ ਹੋਈਆਂ। ਬਰਸਾਤਾਂ ਸਾਨੂੰ ਤਾਂ ਹੜ੍ਹਾਂ ਜਿਹੜੇ ਹਿਮਾਚਲ 'ਚ ਹੋਈਆਂ ਉਹਨਾਂ ਨੇ ਹੀ ਮਾਰਿਆ। ਤੇ ਦੂਜੀ ਜਿਹੜੀ ਹੈਗੀ ਹੈ ਉਹ ਇਹਨਾਂ ਦਿਨਾਂ 'ਚ ਘੱਟ ਹੈ ਬਿਜਲੀ, ਤੇ ਡਿਮਾਂਡ ਜ਼ਿਆਦਾ ਹੈ। ਫਸਲ ਪਕੜ ਤੇ ਆਈ ਹੋਈ ਹੈ। ਹੁਣ ਥੋੜੀ ਜਿਹੀ ਕਾਟਨ ਨੂੰ ਵੀ ਇਹਨਾਂ ਦਿਨਾਂ 'ਚ ਲੋੜ ਹੁੰਦੀ ਹੈ, ਪਾਣੀ ਦੀ ਇੱਕ ਪਾਣੀ ਦੀ ਲੋੜ ਹੁੰਦੀ ਹੈ ਇਹਨਾਂ ਦਿਨਾਂ 'ਚ। ਦੂਸਰੀ ਗੱਲ ਜਿਹੜੀ ਕੋਲ ਹੈ, ਦੇਖੋ ਕੋਲ ਪਤਾ ਨਹੀਂ, ਮੈਂ ਅੱਜ ਦੂਸਰੀ ਵਾਰ ਦੇਖ ਰਿਹਾ ਕਿ 4% ਆ ਗਿਆ। ਪਹਿਲਾਂ 30% ਤਾਂ ਆਲਰੇਡੀ ਚਿੱਠੀ ਆਈ ਹੋਈ ਹੈ ਪੰਜਾਬ ਗਵਰਨਮੈਂਟ ਨੂੰ। ਜਦੋਂ ਸੁਖਬੀਰ ਬਾਦਲ ਹੁਣੀ ਜਿਹੜੇ ਬਿਜਲੀ ਮੰਤਰੀ ਹੁੰਦੇ ਸੀ ਉਦੋਂ ਹੀ ਆਈ ਸੀਗੀ ਇੱਕ ਚਿੱਠੀ ਕਿ ਤੁਸੀਂ 30% ਕੋਲ ਜਿਹੜਾ ਹੈਗਾ ਉਹ ਵਿਦੇਸ਼ਾਂ ਤੋਂ ਆਯਾਤ ਕਰੋ। ਹੁਣ ਮੈਨੂੰ ਨਹੀਂ ਸਮਝ ਆ ਰਹੀ ਇਹ ਖਬਰ ਵੀ ਹੈ ਕਿ ਸਾਡੇ ਕੋਲੋਂ ਕੋਇਲਾ ਜ਼ਿਆਦਾ ਹੋ ਗਿਆ, ਇਹ 4% ਤੇ ਆ ਗਈ ਜਾਂ ਕੋਈ ਕਹਾਣੀ ਹੋਰ ਹੈ। ਪਰ ਨਾਲ ਦੀ ਨਾਲ ਇੱਕ ਗੱਲ ਹੋਰ ਹੈਗੀ ਇਹਦੇ ਵਿੱਚ, ਪੰਜਾਬ ਨੂੰ ਇਸ ਗੱਲ ਦੇ ਉੱਤੇ ਸਟੈਂਡ ਜ਼ਰੂਰ ਲੈਣਾ ਚਾਹੀਦਾ ਹੈ ਕਿ ਅਸੀਂ ਵਿਦੇਸ਼ਾਂ ਦੇ ਉੱਤੇ ਕੋਇਲਾ ਨਹੀਂ ਲੈ ਸਕਦੇ। ਜਿਹੜਾ ਵਿਦੇਸ਼ੀ ਕੋਇਲਾ ਹੈਗਾ, ਤੁਸੀਂ ਜਿਹੜੀਆਂ ਵੀ ਸਟੇਟਾਂ ਸਮੁੰਦਰ ਦੇ ਨੇੜੇ ਨੇ, ਜਿਨ੍ਹਾਂ 'ਚ ਗੁਜਰਾਤ ਹੈ, ਬੰਬੇ, ਮਹਾਰਾਸ਼ਟਰ ਹੈ, ਕੇਰਲਾ ਹੈ, ਕਰਨਾਟਕ ਹੈ, ਤਾਮਿਲਨਾਡੂ ਹੈ, ਵੈਸਟ ਬੰਗਾਲ ਹੈ, ਇਹ ਸਾਰੀਆਂ ਸਟੇਟਾਂ ਨੂੰ ਦੇ ਉੱਤੇ ਭਾਰ ਪਾਓ। ਸਾਨੂੰ ਤਾਂ ਇਹ ਡਬਲ ਪਏਗਾ। ਪਹਿਲਾਂ ਅਸੀਂ ਵਿਦੇਸ਼ ਤੋਂ ਉੱਥੇ ਮੰਗਾਵਾਂਗੇ ਬੰਦਰਗਾਹ ਦੇ ਉੱਤੇ, ਬੰਦਰਗਾਹ ਤੋਂ ਉੱਤੇ ਫਿਰ ਅੱਗੇ ਅਸੀਂ ਆਪਣੀ ਸਟੇਟ ਦੇ ਵਿੱਚ ਮੰਗਾਏ, ਯਾਨੀ ਸਾਨੂੰ 2 ਕਿਰਾਏ ਦੇਣੇ ਪੈਣਗੇ। ਪਹਿਲਾਂ ਹੀ ਜਿਹੜਾ ਕਿਰਾਇਆ ਹੁੰਦਾ ਹੈ, ਜੇ ਅਸੀਂ ਸਟੇਟ 'ਚੋਂ ਵੀ ਮੰਗਾਉਂਦੇ ਹਾਂ, ਜਿਹੜਾ ਕਿਰਾਇਆ ਹੁੰਦਾ ਹੈ ਉਹ ਕੋਇਲੇ ਤੋਂ ਜ਼ਿਆਦਾ ਮਹਿੰਗਾ ਹੁੰਦਾ ਹੈ। ਤੇ ਇਹਦਾ ਮਤਲਬ ਕਿ ਤੁਸੀਂ ਸਾਡੇ ਤੇ ਇੱਕ ਹੋਰ ਭਾਰ ਪਾਉਣ ਲੱਗੇ ਹੋ। ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਫੈਸਲਾ ਗਵਰਨਮੈਂਟ ਆਫ ਇੰਡੀਆ ਦਾ ਇਹ ਠੀਕ ਨਹੀਂ ਹੈ। ਇਸ ਦਾ ਡਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ, ਔਰ ਵਿਰੋਧ ਦਲੀਲ ਪੂਰਨ ਹੋਣਾ ਚਾਹੀਦਾ। ਮਤਲਬ ਇਹ ਨਹੀਂ ਕਿ ਅਸੀਂ ਸਿਰਫ ਵਿਰੋਧ ਲਈ ਵਿਰੋਧ ਕਰ ਰਹੇ ਹਾਂ, ਵਿਰੋਧ ਦਲੀਲ ਪੂਰਨ ਹੋਣਾ ਚਾਹੀਦਾ ਕਿ ਜੀ ਜਿਹੜਾ 4% ਤੁਸੀਂ ਸਾਡੇ ਤੇ ਪਾ ਰਹੇ ਹੋ, ਸਾਡੇ ਤੇ ਨਾ ਪਾਓ, ਇਹ 8% ਤੁਸੀਂ ਦੂਜੀਆਂ ਸਟੇਟਾਂ ਤੇ ਕਰ ਦਿਓ, ਕਿਉਂਕਿ ਉਹਨਾਂ ਨੂੰ ਤਾਂ ਇੱਕੋ ਹੀ ਰੇਟ ਪਏਗਾ, ਚਾਹੇ ਉਹ ਸਟੇਟ ਚੋਂ ਮੰਗਾ ਲੈਣ, ਚਾਹੇ ਸਮੁੰਦਰੀ ਜਹਾਜ਼ਾਂ ਰਾਹੀਂ ਦੂਜੇ ਥਾਵਾਂ ਤੋਂ ਮੰਗਾ ਲੈਣ। ਸੋ ਤੁਸੀਂ ਉਹਨਾਂ ਦੇ ਉੱਤੇ ਪਾਓ, ਸਾਨੂੰ ਤੁਸੀਂ ਮਤਲਬ ਜਿਹੜਾ ਹੈਗਾ ਉਹ ਕੋਲ ਤੋਂ, ਇੱਥੇ ਜਿਹੜੀਆਂ ਟ੍ਰੇਨਾਂ ਤੋਂ ਸਾਡੇ ਕੋਲ ਕੋਲ ਆਉਂਦਾ ਹੈ ਛੱਤੀਸਗੜ੍ਹ ਤੋਂ ਜਾਂ ਝਾਰਖੰਡ ਤੋਂ, ਜਿੱਥੋਂ ਵੀ ਅਸੀਂ ਲੈ ਰਹੇ ਹਾਂ ਉੱਥੋਂ ਹੀ ਆਣ ਦਿਓ। ਸਾਨੂੰ ਤਾਂ ਪਹਿਲਾਂ ਇਹੀ ਬਹੁਤ ਦੂਰ ਪੈਂਦੇ ਨੇ। ਤੁਸੀਂ ਦੇਖੋ ਅਸੀਂ ਤਾਂ ਪਹਿਲਾਂ ਹੀ 1500 ਕਿਲੋਮੀਟਰ ਦੂਰ ਬੈਠੇ ਆ ਇਹਨਾਂ ਤੋਂ। ਫਿਰ ਜੇ ਸਮੁੰਦਰਾਂ ਤੋਂ ਮੰਗਾ ਕੇ, ਇਹ ਮੁੰਦਰਾ ਵਾਲੀ ਜਿਹੜੀ ਬੰਦਰਗਾਹ ਹੈ ਗੁਜਰਾਤ ਵਾਲੀ, ਉਹ ਵੀ ਸਾਨੂੰ 1100 ਕਿਲੋਮੀਟਰ ਪੈਂਦੀ ਹੈ। ਸੋ ਸਾਨੂੰ ਤਾਂ 2 ਕਿਰਾਏ ਹੀ ਮਾਰ ਜਾਣਗੇ ਤੇ ਬਿਜਲੀ ਦੇ ਰੇਟ ਪਹਿਲਾਂ ਹੀ ਸਾਡੇ ਬਹੁਤ ਹਾਈ ਨੇ, ਇਹ ਨਾ ਹੋਵੇ ਕਿ ਹੋਰ ਹਾਈ ਹੋ ਜਾਣ। ਭਾਸਕਰ ਸਾਹਿਬ, ਬਹੁਤ ਕਾਲੀ ਚ ਲਾਸਟ ਬਸ ਆਖਰੀ ਮਾਮਲਾ ਇੰਡੀਆ ਕੇ ਭਾਰਤ ਸੰਵਿਧਾਨ ਦੇ ਵਿੱਚ ਦੋਵੇਂ ਨਾਂ ਨੇ। ਇੱਕ ਫੈਸਲਾ ਸੁਪਰੀਮ ਕੋਰਟ ਤੇ ਕੀਤਾ ਹੋਇਆ, ਇੱਕ ਬਹੁਤ ਪਹਿਲਾਂ ਸੁਪਰੀਮ ਕੋਰਟ 'ਚ ਇਸ ਤਰ੍ਹਾਂ ਦੀ ਕੋਈ ਪਟੀਸ਼ਨ ਆਈ ਸੀਗੀ, ਉਹਨਾਂ ਨੇ ਕਿਹਾ ਹਰ ਨਾਗਰਿਕ ਆਜ਼ਾਦ ਆ, ਉਹ ਭਾਰਤ ਨਾ ਵਰਤ ਲੇ ਜਾਂ ਇੰਡੀਆ ਵਰਤ ਲੇ। ਪਰ ਹੁਣ ਜਿਸ ਤਰੀਕੇ ਨਾਲ ਹੁਣ ਪੇਸ਼ ਕੀਤੀ ਗਈ ਗੱਲ, ਕਿਉਂਕਿ ਉਧਰ ਇੰਡੀਆ ਗੱਠਜੋੜ ਆ ਗਿਆ, ਇਹਨੂੰ ਜ਼ਰਾ ਜ਼ੁਬਾਨ ਦਿਓ। ਇਹ ਕਾਫੀ ਰੌਚਕ ਤੱਥ ਆ ਰਹੇ ਨੇ ਜਿਹੜੀਆਂ ਲੀਡਿੰਗ ਨਿਊਜ਼ਪੇਪਰਸ ਉਹਨਾਂ 'ਚ। ਇਸ ਗੱਲ ਦੀ ਟਾਈਮਿੰਗ
18 ਤੋਂ 22 ਤਰੀਕ ਤੱਕ ਇੱਕ ਸਪੈਸ਼ਲ ਸੈਸ਼ਨ ਲੋਕ ਸਭਾ ਦਾ ਬੁਲਾਇਆ ਗਿਆ। ਉਸ ਸੈਸ਼ਨ ਦਾ ਏਜੰਡਾ ਕੀ ਹੋਏਗਾ ਉਹਦੇ ਉੱਤੇ ਹਲੇ ਫਿਲਹਾਲ ਅਟਕਲਾਂ ਦਾ ਦੌਰ ਜਾਰੀ ਸੀਗਾ। ਵਨ ਇੰਡੀਆ ਵਨ ਇਲੈਕਸ਼ਨ ਜਾਂ ਵਨ ਇਲੈਕਸ਼ਨ ਵਨ ਨੇਸ਼ਨ ਵਨ ਪੋਲ ਦੀ ਗੱਲ ਤੁਰੀ ਸੀਗੀ। ਪਰ ਕੱਲ ਜਦ ਰਾਸ਼ਟਰਪਤੀ ਦਾ ਸੱਦਾ ਗਿਆ G20 ਮੀਟਿੰਗ ਦੇ ਇਨਵਾਈਟੀਜ਼ ਨੂੰ 9 ਤਰੀਕ ਦੇ ਡਿਨਰ ਵਾਸਤੇ, ਉਹਦੇ ਵਿੱਚ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਹੋਇਆ ਸੀਗਾ। ਉਸ ਤੋਂ ਬਾਅਦ ਅਟਕਲਾਂ ਤੇਜ਼ ਹੋ ਗਈਆਂ, ਉਸ ਗੱਲਾਂ ਸਾਫ਼ ਵੀ ਹੋਈਆਂ। ਆਉਣ ਵਾਲੇ 18 ਤੋਂ 22 ਦੇ ਸੈਸ਼ਨ ਦੇ ਵਿੱਚ ਘੱਟ ਤੋਂ ਘੱਟ ਇਹ ਗੱਲ ਤੇ ਤੈਅ ਵੇ, ਏਜੰਡੇ ਦੀ ਇੱਕ ਆਈਟਮ ਤੇ ਕਲੀਅਰ ਹੋ ਗਈ ਕਿ ਭਾਰਤ ਦਾ ਇੰਡੀਆ ਦਾ ਨਾਂ ਚੇਂਜ ਕਰਕੇ ਭਾਰਤ ਕਰ ਦਿੱਤਾ ਜਾਏਗਾ, ਰਿਪਬਲਿਕ ਆਫ ਭਾਰਤ। ਹੋ ਸਕਦਾ ਹੈ ਇਹ ਨਾਂ ਆਫੀਸ਼ੀਅਲੀ ਡਿਕਲੇਅਰ ਕੀਤਾ ਜਾਏ, ਲੇਕਿਨ ਇਹ ਗੱਲ ਇਹ ਪਹਿਲੀ ਵਾਰ ਨਹੀਂ ਹੈ ਜਦ ਇੰਡੀਆ ਔਰ ਭਾਰਤ ਦੇ ਨਾਮ ਦੇ ਉੱਤੇ ਕੋਈ ਡਿਬੇਟ ਪਾਰਲੀਮੈਂਟ ਦੇ ਵਿੱਚ ਹੋਏ। 1949 ਯਾਨੀ 1949 18 ਸਤੰਬਰ ਨੂੰ ਇਸ ਮੁੱਦੇ ਦੇ ਉੱਤੇ ਵੀ ਜਦ ਅਸੀਂ ਕਨਸਟੀਟਿਊਸ਼ਨ ਲਿਖ ਰਹੇ ਸੀ, ਬਣਾ ਰਹੇ ਸੀਗੇ, ਤਦ ਵੀ ਇਹ ਬਹਿਸ ਹੋਈ ਸੀਗੀ ਕਿ ਇੰਡੀਆ ਦਾ ਨਾਂ ਭਾਰਤ ਹੋਣਾ ਚਾਹੀਦਾ ਹੈ ਜਾਂ ਭਾਰਤ ਦਾ ਨਾਂ ਇੰਡੀਆ ਹੋਣਾ ਚਾਹੀਦਾ ਹੈ। ਤੇ ਆਰਟੀਕਲ 1 ਜਿੱਥੋਂ ਕਨਸਟੀਟਿਊਸ਼ਨ ਸ਼ੁਰੂ ਹੁੰਦਾ ਹੈ ਉਹਦੇ ਵਿੱਚ ਇਹ ਗੱਲ ਚੇਚੇ ਤੌਰ ਤੇ ਲਿਖੀ ਹੋਈ ਹੈ ਕਿ ਇੰਡੀਆ ਯਾਨੀ ਭਾਰਤ, ਯਾਨੀ ਇੰਡੀਆ ਨੂੰ ਭਾਰਤ ਵੀ ਕਿਹਾ ਜਾ ਸਕਦਾ ਹੈ। ਹੁਣ ਭਾਰਤ ਨੂੰ ਇੰਡੀਆ ਨੂੰ ਭਾਰਤ ਕਹਿਣ ਤੋਂ ਬਾਅਦ ਕੀ ਭਾਰਤ ਨੂੰ ਇੰਡੀਆ ਕਹਿਣ ਦੇ ਉੱਤੇ ਵੀ ਕੋਈ ਬੈਨ ਲਾਇਆ ਜਾਏਗਾ? ਉਹ ਵੀ ਖਾਸ ਕਰਕੇ ਜਿਹੜੀ ਟਾਈਮਿੰਗ ਦੀ ਗੱਲ ਕੀਤੀ ਹੈ, ਪਿਛਲੇ ਦਿਨਾਂ ਦੇ ਵਿੱਚ ਇੰਡੀਆ ਨਾਂ ਦਾ ਇੱਕ ਅਲਾਈਅੰਸ 26-28 ਆਪੋਜੀਸ਼ਨ ਪਾਰਟੀਆਂ ਨੇ ਬਣਾਤਾ। ਇਹ ਕਵਾਇਦ ਉਸ ਤੋਂ ਬਾਅਦ ਹੀ ਸ਼ੁਰੂ ਕੀਤੀ ਗਈ ਹੈ, ਯਾਨੀ ਟਾਈਮਿੰਗ ਦੇ ਉੱਤੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ। ਉਸ ਟਾਈਮ ਵੀ ਜਦ 1949 ਦੇ ਵਿੱਚ ਇਸ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਡਿਸਕਸ ਕੀਤਾ ਗਿਆ ਸੀ ਤੇ ਘੱਟ ਤੋਂ ਘੱਟ ਚਾਰ ਸਿਟਿੰਗ ਇਸ ਮੁੱਦੇ ਨੂੰ ਹੀ ਡਿਸਕਸ ਕਰਨ ਵਾਸਤੇ ਹੋਈ ਸੀ। ਬਾਅਦ ਚੋਂ ਇੰਡੀਆ ਔਰ ਭਾਰਤ ਨੂੰ ਇੱਕ ਸੇਮ ਨਾਂ ਯਾਨੀ ਦੋ ਨਾਂ ਦੇ ਕੇ ਅੱਗੇ ਤੁਰਿਆ ਜਾਂਦਾ। ਤੁਹਾਨੂੰ ਯਾਦ ਹੋਵੇਗਾ ਭਾਰਤ ਦਾ ਨਾਂ ਹਿੰਦੁਸਤਾਨ ਵੀ ਰੱਖਿਆ ਸੀਗਾ। ਅੱਜ ਵੀ ਭਾਰਤ ਨੂੰ ਕਈ ਦੇਸ਼ਾਂ ਦੇ ਵਿੱਚ ਹਿੰਦੁਸਤਾਨ ਬੁਲਾਇਆ ਜਾਂਦਾ ਹੈ। ਉਹ ਹੁਣ ਕਨਸਟੀਟਿਊਸ਼ਨ ਦੇ ਵਿੱਚ ਅਗਰ ਹਿੰਦੁਸਤਾਨ ਦਾ ਨਾਂ ਹੈਗਾ ਨਹੀਂ ਤੇ ਫਿਰ ਅਸੀਂ ਉਹਨੂੰ ਹਿੰਦੁਸਤਾਨ ਕਿਉਂ ਬੁਲਾਉਂਦੇ ਹਾਂ? ਹੁਣ ਆਪੋਜੀਸ਼ਨ ਦਾ ਕਹਿਣਾ ਹੈ ਕਿ ਜੇ ਅਸੀਂ ਇੰਡੀਆ ਅਲਾਈਅੰਸ ਬਣਾਇਆ ਤੇ ਕਹਿੰਦੇ ਆ ਕੰਟਰੀ ਦਾ ਨਾਂ ਹੀ ਇੰਡੀਆ ਚੇਂਜ ਕਰ ਦਿਓ। ਜੇ ਕੱਲ ਨੂੰ ਆਪਣੇ ਅਲਾਈਅੰਸ ਦਾ ਨਾਂ ਅਸੀਂ ਭਾਰਤ ਰੱਖ ਲਿਆ, ਕੇਜਰੀਵਾਲ ਸਾਹਿਬ ਕਹਿ ਰਹੇ ਸੀ ਕਿ ਭਾਰਤ ਤੋਂ ਬਾਅਦ ਫਿਰ ਕੋਈ ਹੋਰ ਨਾਂ ਰੱਖੋਗੇ। ਅਸੀਂ ਇੰਡੀਆ ਦੇ ਬਾਰੇ 'ਚ ਨਾਰਮਲੀ ਗੱਲ ਕਰਦੇ ਹਾਂ ਤੇ ਇੱਕ ਫੀਮੇਲ ਟਰਮ ਦੇ ਵਿੱਚ ਕਰਦੇ ਹਾਂ, ਇੰਡੀਆ ਕਿਆ ਕਰ ਰਹੀ ਹੈ। ਔਰ ਭਾਰਤ ਦੇ ਬਾਰੇ 'ਚ ਗੱਲ ਕਰਦੇ ਹਾਂ ਤੇ ਉਹ ਪੂਰਬ ਔਰ ਪੱਛਮ ਦਾ ਭਾਰਤ ਨਜ਼ਰ ਆਉਂਦਾ, ਮਨੋਜ ਕੁਮਾਰ, ਜਿਹਨੂੰ ਅਕਸਰ ਅਸੀਂ ਭਾਰਤ ਦੇ ਵਿੱਚ ਗਰਵ ਦੇ ਤੌਰ ਤੇ ਦੇਖ ਰਹੇ ਹਾਂ ਤੇ ਇੱਕ ਮੇਲ, ਹਾਲਾਂਕਿ ਭਾਰਤ ਮਾਤਾ ਦੀ ਵੀ ਗੱਲ ਚੱਲਦੀ ਹੈ। ਚਲੋ ਇਹ ਗੱਲਾਂ ਹੁਣ ਸੋਨੀਆ ਗਾਂਧੀ ਨੇ ਚਿੱਠੀ ਲਿਖ ਕੇ ਮੋਦੀ ਸਾਹਿਬ ਤੋਂ ਪੁੱਛਣ ਦਾ ਫੈਸਲਾ ਕੀਤਾ ਹੈ ਕਿ ਮੋਦੀ ਸਾਹਿਬ ਦੱਸੋ ਹੋਰ ਕਿਹੜੇ ਏਜੰਡੇ ਹੈਗੇ ਨੇ ਇਸ 18 ਤੇ 22 ਦੀ ਸੈਸ਼ਨ ਦੇ ਵਿੱਚ, ਉਹਦਾ ਸਾਨੂੰ ਦੱਸੋ ਤਾਂ ਅਸੀਂ ਵੀ ਕੋਈ ਆਪਣਾ ਏਜੰਡਾ ਵਧਾ ਪਾਈਏ। ਪਰ ਹਜੇ ਚਿੱਠੀ ਲਿਖੀ ਨਹੀਂ ਹੈ, ਸ਼ੁੱਕਰਵਾਰ ਨੂੰ ਇਹ ਚਿੱਠੀ ਲਿਖੀ ਜਾਣੀ ਹੈ। ਜਵਾਬ ਕੀ ਆਣਾ ਪਤਾ ਨਹੀਂ, ਪਰ ਸੈਪਟੈਂਬਰ 9-10 G20 ਦਾ ਸੈਸ਼ਨ, ਰੌਣਕਾਂ ਦਿੱਲੀ ਦੇ ਵਿੱਚ ਲੱਗੀਆਂ ਹੋਈਆਂ। ਉਸ ਤੋਂ ਬਾਅਦ ਫਿਰ ਇਹ ਰੌਣਕਾਂ ਪਾਰਲੀਮੈਂਟ ਦੇ ਉਸ ਸੈਸ਼ਨ ਦੇ ਵਿੱਚ ਸ਼ਿਫਟ ਹੋ ਜਾਣ। ਭਾਸਕਰ ਸਾਹਿਬ, ਭਾਰਤੀ ਜਨਤਾ ਪਾਰਟੀ ਦੇ ਇੱਕ ਬੁਲਾਰੇ ਨੇ ਕਲੀਅਰ ਕੀਤਾ ਹੈ ਕਿ ਨਾ ਬਦਲਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਕੋਈ ਇਸ ਤਰ੍ਹਾਂ ਦਾ ਭਾਰਤੀ ਜਨਤਾ ਪਾਰਟੀ ਜਾਂ ਸਰਕਾਰ ਦਾ ਕੋਈ ਏਜੰਡਾ ਨਹੀਂ ਹੈ। ਮਤਲਬ ਜੇ ਸੰਵਿਧਾਨ ਇਹ ਕਹਿ ਰਿਹਾ ਕਿ ਇੰਡੀਆ ਜਾਂ ਭਾਰਤ ਕੋਈ ਵੀ ਨਾਂ ਤੁਸੀਂ ਵਰਤ ਸਕਦੇ ਹੋ ਤਾਂ ਇਹ ਉਸੇ ਦਿਸ਼ਾ ਦੇ ਵਿੱਚ ਇੱਕ ਗੱਲ ਆ। ਇਹਨੂੰ ਇਸ ਤੋਂ ਅੱਗੇ ਐਗਜ਼ੈਜਰੇਟ ਨਾ ਕੀਤਾ ਜਾਏ, ਨਾ ਵਧਾਇਆ ਜਾਵੇ। ਔਰ ਇਹ ਸਵਾਲ ਵੀ ਹੈ ਕਿ ਆਖਰ ਇਸ ਤਰ੍ਹਾਂ ਕਿਉਂ ਕੀਤਾ ਜਾਊਗਾ? ਇਹ ਤਾਂ ਇੰਜ ਲੱਗੂਗਾ ਕਿ ਕੇਂਦਰੀ ਸੱਤਾ ਜਾਂ ਬੀਜੇਪੀ ਇਹਨਾਂ ਤੋਂ ਡਰ ਗਈ, ਵਿਰੋਧੀ ਗੱਠਜੋੜ ਤੋਂ ਇੰਨਾ ਡਰ ਗਈ ਹੈ, ਉਹ ਇੱਕ ਨਾਂ ਤੋਂ ਹੀ ਡਰ ਗਈ ਹੈ। ਸੋ ਇਹ ਮੈਸੇਜ ਵੀ ਕੱਲ ਦਾ ਮੈਨੂੰ ਲੱਗਦਾ ਹੈ ਕਿ ਹੁਣ ਇਹਨੂੰ ਵੀ ਕਾਊਂਟਰ ਕਰ ਰਿਹਾ ਕਿ ਅਸੀਂ ਡਰੇ ਹੋਏ ਨਹੀਂ ਹੈ। ਇੰਦਰਪ੍ਰੀਤ ਜੀ, ਕੋਈ ਗੱਲ ਤਾਂ ਨਹੀਂ ਕਰਨੀ, ਨਹੀਂ ਤੇ ਫਿਰ ਵਿਰਾਮ ਦੇ ਦਈਏ ਜੀ। ਮੈਂ ਤਾਂ ਸਿਰਫ ਇਹੀ ਗੱਲ ਕਰ ਰਿਹਾ ਸੀ ਕਿ ਵੀ ਨਾ ਇੱਕ ਕਿਉਂ ਨਹੀਂ ਹੋ ਸਕਦਾ, ਮਤਲਬ ਚਾਹੇ ਭਾਰਤ ਹੋਵੇ ਜਾਂ ਇੰਡੀਆ ਹੋਵੇ, ਪਰ ਜੇ ਸਾਡੇ ਦੇਸ਼ ਦਾ ਨਾਂ ਹੀ ਭਾਰਤ ਹੈ ਤਾਂ ਫਿਰ ਅਸੀਂ ਇੰਡੀਆ ਕਿਉਂ ਕਹੀ ਜਾ ਰਹੇ ਹਾਂ? ਇੰਡੀਆ ਦਾ ਨਾਂ ਤਾਂ ਤੁਹਾਨੂੰ ਅੰਗਰੇਜ਼ਾਂ ਨੇ ਦਿੱਤਾ ਹੋਇਆ ਕਿ ਅਸੀਂ ਫਿਰ ਉਹ ਗੁਲਾਮ ਮਾਨਸਿਕਤਾ ਦੇ ਵਿੱਚ ਹਜੇ ਵੀ ਫਸੇ ਹੋਏ ਆ। ਇਹਦੀ ਵੀ ਹੈਗੀ ਹੈ। ਮੈਨੂੰ ਲੱਗਦਾ ਕਿ ਇੰਡੀਆ ਜਾਂ ਭਾਰਤ ਨਹੀਂ ਹੈ ਭਾਸਕਰ ਸਾਹਿਬ, ਉੱਤੇ ਹੈ ਭਾਰਤ ਰਹੇਗਾ ਜਿਹਨੂੰ ਇੰਡੀਆ ਵੀ ਕਿਹਾ ਜਾ ਸਕਦਾ। ਇਹ ਹੈ ਸ਼ਾਇਦ ਅਨੁਛੇਦ 1, ਇਹਨੂੰ ਚੈੱਕ ਕਰਨਾ ਪਏਗਾ। ਜਿੱਥੇ ਤੱਕ ਮੈਂ ਪੜਿਆ ਹੋਇਆ ਉਹਦੇ ਚ ਇਹੀ ਹੈ, ਭਾਰਤ ਜਿਹਨੂੰ ਇੰਡੀਆ ਵੀ ਕਿਹਾ ਜਾਏਗਾ। ਇੱਕ ਮਿੰਟ, ਇਹ ਕਨਸਟੀਟਿਊਸ਼ਨ ਖੋਲ ਕੇ ਦੇਖ ਲਓ ਇੱਕ ਮਿੰਟ, ਇਹਨੂੰ ਕਲੈਰਿਟੀ ਦੇ ਦਈਏ ਇੱਥੇ। ਭਾਸਕਰ ਸਾਹਿਬ ਦੇਖੋ ਜਰਾ, ਮੇਰੇ ਸਾਹਮਣੇ ਆਰਟੀਕਲ 1 ਕਨਸਟੀਟਿਊਸ਼ਨ ਦਾ ਹੈਗਾ, ਜਿਹਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਹੈ ਇੰਡੀਆ that is ਭਾਰਤ shall be union of states, ਯਾਨੀ ਇੰਡੀਆ ਨਾਮ ਔਰ ਭਾਰਤ ਨਾਮ ਇੱਕੋ ਹੀ ਹੈ, ਪਰ ਪਹਿਲੇ ਨਾਂ ਇੰਡੀਆ ਦਾ ਦਿੱਤਾ ਹੋਇਆ ਇਸ ਕਨਸਟੀਟਿਊਸ਼ਨ ਦੇ ਹਿਸਾਬ ਨਾਲ। ਜੀ ਇੰਦਰਪ੍ਰੀਤ ਜੀ, ਪਹਿਲਾ ਨਾਂ ਇੰਡੀਆ ਦਾ ਹੈ
ਹੁਣ ਮਾਮਲਾ ਇਹ ਨਹੀਂਗਾ ਕਿ ਭਾਰਤ ਹੈ ਕਿ ਇੰਡੀਆ, ਗੱਲ ਤੇ ਟਾਈਮਿੰਗ ਦੀ ਆ। ਇਹੀ ਗੱਲ ਤੁਸੀਂ 2 ਸਾਲ ਜਾਂ 5 ਸਾਲ ਪਹਿਲਾਂ ਕਰ ਲੈਂਦੇ ਜਾਂ 5 ਮਹੀਨੇ ਪਹਿਲਾਂ ਕਰ ਲੈਂਦੇ, ਕਿਹਨੇ ਪੁੱਛਣਾ ਸੀ। ਪਰ ਹੁਣ ਅਗਲਿਆਂ ਤਾਂ ਨੈਰੇਟਿਵ ਬਣਾਤਾ ਨਾ ਵੀ ਉਹ ਗਏ ਤੇ ਡਰ ਕੇ ਸਾਡੇ ਤੋਂ, ਨਾ ਤੋਂ ਹੀ ਡਰ ਗਿਆ ਨਾ ਲੜਨਾ ਕੀ ਆ। ਇਹ ਵੀ ਸਵਾਲ ਸਾਡੇ ਪਿੰਡਾਂ 'ਚ ਬੜਾ ਉਠਾਉਂਦਾ ਹੁੰਦਾ ਸੀ ਨਾ, ਇਹ ਤਾਂ ਭੱਜ ਗਏ ਯਾਰ। ਚਲੋ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।